Kau beri mendapat वाहिगुरु जी का खालसा वाहिगुरु जी की फतेह। सतनाम श्री वाहिगुरु साहिब जी। तेरे कवन कवन गुण कह गावा, तू साहिब गुणी निदाना। तुमरी महिमा वर्ण सका, तू ठाकुर ऊच भगवान। मैं दान दीवान तू है मेरे स्वामी, मैं तुद आगे अरदास। मैं होर था नहीं, जिस बह करो बिनती। मेरा दुख सुख तुझ ही पास, जिता जियो पिंड सब तेरा। तू अंतर जामी पुरख भगवान, दासन दास कह जन नानक। जिहा तू कराए तेहा हूँ करी वख्यान। सतनाम जी श्री वाहिगुरु साहिब जी। कबीर भली मधुकरी नाना विद गुनाज, दवा काहू को नहीं। बड़ा देश बड़ राज, कबीर दावे दाजन होता है।
ਨਿਰਦਾਵੈ ਰਹਿ ਨਿਸੰਕ। ਜੋ ਜਨ ਨਿਰਦਾਵੈ ਰਹੈ ਸੋ ਗੰਨੈ ਇੰਦਰ ਸੁਰੰਕ। ਕਬੀਰ ਪਾਲ ਸਮੂਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ। ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ। ਕਬੀਰ ਪ੍ਰਭਾਤੇ ਤਾਰੇ ਖਿਸੈ ਤਿਉ ਇਹੋ ਖਿਸੈ ਸਰੀਰ। ਏਕ ਅੱਖਰ ਨਾ ਖਿਸੈ ਸੋ ਬਹਿ ਰਹਿਓ ਕਬੀਰ। कबीर कोठी काठ की दहद सलागी आग। पंडित पंडित जल मुए मूर्ख उबरे भाग। कबीर संसा दूर कर कागद दे बिहाए। बावन अखर सोध कै हर चरनी चित लाए। कबीर संत न छाड़ै संताए जो कोटिक मिल है असंत। मलयागर भुयंगम बिड्यो ता शीतलता ना तजंत। कबीर मन शीतल पया पाया ब्रह्म ज्ञान। जिन ज्वाला जग जारिया सो जन के उदक समान। कबीर सारी सिरजनहार की जान नाही कोई। कह जन आपन धनी कै दास दीवानी हुए। कबीर भली भई जो भौ परया दिशा गई सब भूल। ओरा अगर पानी पया जाए मिल्यो टल कूल। कबीर ओरा जल पानी पया जाए मिल्यो टल कूल। वाहिगुरु जी का खालसा वाहिगुरु जी की फतेह। परम सन्मान सत्कारयोग धन धन साहिब कमाल पातशाहां दे पातशाह गुरता गुरगद्दी ते सुभाईमान समर्थ गुरु धन 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 श्री गुरु ग्रंथ साहिब महाराज जी दे पावन पवित्र चरण कमलों विखे सुभाईमान सतसंगी जनों वड्डे भागां वाले हाँ जो गुरचरणों दे विच सुभाईमान होके बैठ के अमृतमय गुरबाणी दे लाहे लैण दा सुभाग समा प्राप्त होया। अमृतमय गुरबाणी आसा की वार दे कीर्तन सरवण कीते ने। आओ हुण मन बिरतियां एकागर करिए ध्यान अपना गुरु चरणों विच जोड़न दा यतन करिए और गुरशब्द विचार दे नाल
ਸਾਰੇ ਹੀ ਜੁੜੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਦਾ ਸਬੂਤ ਦਿੰਦੇ ਹੋਏ ਸਾਰੇ ਹੀ ਆਪੋ ਆਪਣੀਆਂ ਹਾਜ਼ਰੀਆਂ ਲਵਾਓ, ਗੱਜ ਵੱਜ ਕੇ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਭਗਤ ਕਬੀਰ ਜੀ ਦੀ ਹੈ ਤੇ ਕਬੀਰ ਜੀ ਦੇ ਸ਼ਲੋਕਾਂ ਦੀ ਪਿਛਲੇ ਕਈ ਦਿਨਾਂ ਤੋਂ ਵਿਚਾਰ ਚੱਲ ਰਹੀ ਹੈ। ਆਓ ਹੁਣ 168 ਤੋਂ ਲੈ ਕੇ 176 ਤੱਕ ਸ਼ਲੋਕਾਂ ਦੀ ਵਿਚਾਰ ਆਪਾਂ ਸਰਵਣ ਕਰੀਏ। ਕਬੀਰ ਜੀ ਕਹਿੰਦੇ ਨੇ, ਕਬੀਰ ਭਲੀ ਮਧੂਕਰੀ ਨਾਨਾ ਬਿਦ ਕੋ ਨਾਜ। ਕਹਿੰਦੇ ਵੀ ਇੱਕ ਭਿਖਾਰੀ ਉਹ ਭਲਾ ਹੈ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਮੁਹਤਾਜੀ ਨਹੀਂ। ਘਰ ਘਰ ਮੰਗ ਕੇ ਉਹ ਭੋਜਨ ਛਕ ਰਿਹਾ, ਪਰ ਕਿਸੇ ਤੇ ਉਹ ਦਾਵਾ ਨਹੀਂ ਕਰਦਾ ਵੀ ਇਹ ਮੇਰਾ ਘਰ ਹੈ। ਕਿਸੇ ਘਰ ਤੇ ਉਹ ਆਪਣਾ ਹੱਕ ਨਹੀਂ ਜਮਾਉਂਦਾ ਵੀ ਇਹ ਮੇਰਾ ਹੈ। ਪਰ ਜੇ ਘਰ ਘਰ ਮੰਗ ਰਿਹਾ, ਕੱਲੇ ਕੱਲੇ ਕੋਲ ਜਾ ਕੇ ਫਰਿਆਦ ਕਰ ਰਿਹਾ, ਬਾਬਾ ਕਬੀਰ ਸਾਹਿਬ ਜੀ ਦੇ ਕਹਿਣ ਮੁਤਾਬਕ, ਭਗਤ ਕਬੀਰ ਜੀ ਦੇ ਕਹਿਣ ਮੁਤਾਬਕ ਘਰ ਘਰ ਜਾ ਕੇ ਮੰਗ ਰਿਹਾ, ਇਹਦਾ ਮਤਲਬ ਵੀ ਉਹ ਸਾਰੇ ਘਰਾਂ ਨੂੰ ਆਪਣਾ ਸਮਝਦਾ। ਸੰਗਤ ਜੀ, ਇੱਕ ਬਿਰਤੀ ਹੈ, ਇੱਕ ਸੋਚ ਹੈ। ਇੱਕ ਮਨੁੱਖ ਆਪਣੇ ਘਰ ਨੂੰ ਹੀ ਆਪਣਾ ਕਹੇਗਾ ਤੇ ਉਹਦੇ ਤੇ ਆਪਣੀ ਪੂਰੀ ਆਪਣਤ ਵੀ ਜਣਾਏਗਾ, ਉਹਦੇ ਤੇ ਮੇਰੀ ਮੇਰੀ ਵੀ ਕਰੇਗਾ ਵੀ ਇਹ ਮੇਰਾ ਹੈ, ਇਹ ਮੇਰਾ ਹੈ। ਪਰ ਵੇਖੋ, ਘਰ ਘਰ ਦੇ ਵਿੱਚ ਮੰਗਣ ਵਾਲਾ ਇੱਕ ਭਿਖਾਰੀ ਉਹ ਕਹੇਗਾ ਸਾਰੇ ਹੀ ਘਰ ਜਿਹੜੇ ਨੇ ਉਹ ਮੇਰੇ ਨੇ। ਸੋਚ ਦੀ ਗੱਲ ਕੀ ਹੈ, ਵਿਚਾਰ ਦੀ ਗੱਲ ਕੀ ਹੈ। ਇੱਕ ਬੰਦੇ ਨੇ ਆਪਣੀ ਚੀਜ਼ ਨੂੰ, ਜੋ ਦਾਤ ਹੈ ਪਰਮਾਤਮਾ ਦੀ, ਉਹਨੂੰ ਮੇਰੀ ਕਹਿ ਦਿੱਤਾ। ਇੱਕ ਨੇ ਕਿਹਾ ਵੀ ਸਾਰੀਆਂ ਚੀਜ਼ਾਂ ਹੀ, ਸਾਰੇ ਹੀ ਬਣਾਏ ਘਰ ਉਸ ਪਰਮਾਤਮਾ ਦੇ ਹਨ, ਤੇ ਮੈਂ ਤੇ ਕੱਲੇ ਕੱਲੇ ਘਰ ਦੇ ਵਿੱਚ ਜਾਣਾ ਹਾਂ। ਮੈਨੂੰ ਉਹ ਜਾਪਦਾ ਜਿਵੇਂ ਇਹ ਸਾਰੇ ਹੀ ਆਪਣੇ ਹਨ, ਸਾਰਿਆਂ ਦੇ ਨਾਲ ਮੇਰੀ ਆਪਣਤ ਹੈ, ਮੇਰਾ ਮੋਹ ਹੈ, ਮੇਰਾ ਪਿਆਰ ਹੈ। ਕੱਲੇ ਇੱਕ ਤੇ ਦਾਵਾ ਨਹੀਂ, ਸਾਰਿਆਂ। ਹੁਣ ਸੰਗਤ ਜੀ, ਜੇ ਉਹ ਦਾਵਾ ਕਰ ਰਿਹਾ ਕੀ ਘਰ ਉਹਦੇ ਤਾਂ ਨਹੀਂ ਹੋ ਗਏ, ਜਾਂ ਉਹ ਕਹੇ ਵੀ ਇਹ ਮਲਕੀਅਤ ਮੇਰੀ ਹੈ, ਬਿਲਕੁਲ ਨਹੀਂ, ਪਰ ਆਪਣਾਪਨ ਜ਼ਰੂਰ ਹੋ ਗਿਆ। ਮਿਰਤੀ ਦੇ ਬਦਲਣ ਦੀ ਗੱਲ ਜ਼ਰੂਰ ਹੋ ਗਈ ਕਿ ਸਾਰਿਆਂ ਦੇ ਵਿੱਚੋਂ ਮਨੁੱਖ ਕੇਵਲ ਇੱਕ ਤੇ ਹੀ ਆਪਣਾ ਦਾਵਾ ਜਤਾਏਗਾ, ਇੱਕ ਨੂੰ ਹੀ ਕਹੇਗਾ ਵੀ ਮੇਰਾ ਘਰ, ਪਰ ਉਹ ਕਹੇਗਾ ਸਾਰੇ ਹੀ ਮੇਰੇ ਘਰ ਨੇ। ਪਰਮਾਤਮਾ ਦੀ ਵੀ ਬਿਰਤੀ, ਪਰਮਾਤਮਾ ਦੀ ਸੋਚ ਵੀ ਇਹੋ ਜਿਹੀ ਹੈ ਕਿ ਮਨੁੱਖਾ, ਤੂੰ ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਨੂੰ ਵੇਖਣਾ, ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਦੀ ਜੋਤ ਬਲਦੀ ਵੇਖਣੀ ਕਰ। ਬਿਰਤੀ ਬਦਲਣੀ, ਆਪਣੀ ਸੋਚ ਹੀ ਬਦਲਣੀ। ਸੰਗਤ ਜੀ, ਜਦੋਂ ਇਹ ਸਾਡੀ ਸੋਚ ਬਣ ਗਈ ਨਾ ਵੀ ਸਾਰੇ ਆਪਣੇ ਨੇ, ਸਾਰਿਆਂ ਦੇ ਨਾਲ ਸਾਡਾ ਮੋਹ ਹੈ, ਸਾਰਿਆਂ ਦੇ ਨਾਲ ਸਾਡਾ ਸਨੇਹ ਕਿਸੇ ਇੱਕ ਨਾਲ ਨਹੀਂ, ਫਿਰ ਇਹ ਤਾਂ ਸੋਚ ਹੈ ਪਰਮਾਤਮਾ ਦੀ, ਇੱਕ ਅਕਾਲ ਪੁਰਖ। ਅੱਗੇ ਕੀ ਕਹਿੰਦੇ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਬੜ ਰਾਜ। ਕਹਿੰਦੇ ਕਿਸੇ ਤੇ ਦਾਵਾ ਨਹੀਂ, ਭਾਵੇਂ ਕਿੱਡਾ ਵੱਡਾ ਦੇਸ਼ ਹੋਵੇ, ਕਿੱਡਾ ਵੱਡਾ ਰਾਜ ਹੋਵੇ। ਇੱਕ ਭਿਖਾਰੀ ਦੇ ਲਈ ਸਾਰੇ ਹੀ ਘਰਾਂ ਦੇ ਵਿੱਚ ਜਾ ਜਾ ਕੇ ਮੰਗਣਾ ਉਹਦੀ ਆਪਣਾ ਦੀ ਨਿਸ਼ਾਨੀ ਹੈ, ਉਹਦੇ ਮੋਹ ਦੀ ਨਿਸ਼ਾਨੀ ਹੈ ਕਿ ਸਾਰਿਆਂ ਨਾਲ ਹੀ ਮੋਹ ਹੈ, ਉਹਦਾ ਸਾਰਿਆਂ ਨਾਲ ਹੀ ਪਿਆਰ ਹੈ, ਕਿਸੇ ਇੱਕ ਤੇ ਦਾਵਾ ਨਹੀਂ, ਕਿਸੇ ਇੱਕ ਦੇ ਉੱਤੇ ਉਹ ਆਪਣਾ ਅਧਿਕਾਰ ਨਹੀਂ ਕਹਿ ਰਹੇ। ਤਿਵੇਂ ਪਰਮਾਤਮਾ ਹੈ,
ਉਹਨੇ ਇਕੱਲੇ ਇੱਕ ਜੀਵ ਨੂੰ ਨਹੀਂ ਪੈਦਾ ਕੀਤਾ ਸੰਗਤ ਜੀ, ਉਹਨੇ ਤੇ ਸਾਰਿਆਂ ਨੂੰ ਹੀ ਪੈਦਾ ਕੀਤਾ। ਉਹ ਇਕੱਲੇ ਇੱਕ ਨੂੰ ਰੋਜੀ ਨਹੀਂ ਦੇਵੇਗਾ, ਉਹ ਸਾਰਿਆਂ ਨੂੰ ਦੇਵੇਗਾ। ਇੱਕ ਪਾਰਸੀ ਧਰਮ ਦੇ ਪੈਰੋਕਾਰ ਹੋਏ ਨੇ, ਉਹਨਾਂ ਦਾ ਨਾਮ ਸੀ ਹਜ਼ਰਤ ਮੂਸਾ। ਉਹ ਇੱਕ ਹੀਰਾ ਦਿਗਾਰ ਨਾਂ ਦੀ ਗੁਫਾ ਸੀ, ਉਹਦੇ ਵਿੱਚ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦੇ, ਰੱਬ ਨੂੰ ਯਾਦ ਕਰਦੇ ਨੇ, ਅਕਾਲ ਪੁਰਖ ਦੇ ਵਿੱਚ ਆਪਣੀ ਸੁਰਤੀ ਜੋੜਦੇ। ਧਿਆਨ ਦਿਓ, ਜਦੋਂ ਸੁਰਤੀ ਬਿਰਤੀ ਜੋੜਦੇ ਨੇ, ਮਨ ਇੰਨਾ ਖੁੱਭ ਜਾਂਦਾ ਹੈ, ਇੰਨਾ ਜੁੜ ਜਾਂਦਾ ਹੈ ਕਿ ਅੰਤਰ ਆਤਮੀ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੁੰਦੇ। ਬਹੁਤ ਆਨੰਦਿਤ, ਬਹੁਤ ਸੁਖ ਮਾਣਦੇ ਨੇ ਉਹ, ਤੇ ਹਰ ਰੋਜ਼ ਉੱਥੇ ਜਾ ਕਰਕੇ ਇਹ ਉਹਨਾਂ ਦੀ ਨਿੱਤਾਂ ਪ੍ਰਤੀ ਦੀ ਪ੍ਰਕਿਰਿਆ ਹੈ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਸਨ ਤੇ ਵੇਈ ਨਦੀ ਵਿੱਚ ਇਸ਼ਨਾਨ ਕਰਕੇ ਉੱਥੇ ਬੈਠ ਜਾਂਦੇ ਸਨ ਬਾਅਦ। ਉਹ ਗੁਰਦੁਆਰਾ ਬੇਰ ਸਾਹਿਬ ਅੱਜ ਵੀ ਮੌਜੂਦ ਹੈ, ਬਿਲਕੁਲ ਵੇਈ ਨਦੀ ਦੇ ਨਾਲ ਉਸ ਬੇਰੀ ਦੇ ਰੁੱਖ ਥੱਲੇ ਬਹਿ ਜਾਂਦੇ ਸਨ ਤੇ ਬੰਦਗੀ ਕਰਦੇ ਸਨ, ਰੱਬ ਨੂੰ ਯਾਦ ਕਰਦੇ। ਜੇ ਆਪਣੇ ਘਰ ਉਹ ਤਲਵੰਡੀ ਰਹਿੰਦੇ ਸਨ, ਰਾਏ ਭੋਇ ਦੀ ਤਲਵੰਡੀ ਦੇ ਵਿੱਚ, ਜਿੱਥੇ ਅੱਜ ਕੱਲ੍ਹ ਨਨਕਾਣਾ ਸਾਹਿਬ ਹੈ, ਤੇ ਉਹ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਬੰਦਗੀ ਕਰਿਆ ਕਰਦੇ ਸਨ, ਪਰਮਾਤਮਾ ਦਾ ਨਾਮ ਜਪਿਆ ਕਰਦੇ ਸਨ। ਜਿੱਥੇ ਇੱਕ ਵਾਰ ਉਹਨਾਂ ਨੂੰ ਮਾਤਾ ਨੇ ਵੀ ਆ ਕੇ, ਤ੍ਰਿਪਤਾ ਜੀ ਨੇ ਸਵਾਲ ਕੀਤਾ ਸੀ, ਮਾਤਾ ਕਹਿੰਦੀ, ਪੁੱਤਰ ਵੇਖ ਤੇਰਾ ਪਿਤਾ ਪਤਾ ਕੀ ਚਾਹੁੰਦਾ? ਉਹ ਚਾਹੁੰਦਾ ਵੀ ਤੂੰ ਕਿਤੇ ਨੌਕਰੀ ਕਰ ਲੈ, ਕਿਤੇ ਕੋਈ ਦੁਕਾਨਦਾਰੀ ਕਰ ਲੈ, ਕਿਤੇ ਕੋਈ ਵਪਾਰ ਕਰ ਲੈ। ਜਦੋਂ ਤੂੰ ਕੋਈ ਦੁਕਾਨਦਾਰੀ, ਕੋਈ ਨੌਕਰੀ, ਕੋਈ ਵਪਾਰ ਕਰੇਗਾ, ਆਉਣ ਵਾਲੇ ਸਮੇਂ ਦੇ ਵਿੱਚ ਧਨ ਪਦਾਰਥਾਂ ਦੀ ਜ਼ਰੂਰਤ ਹੋਏਗੀ, ਤੇਰੇ ਬੱਚਿਆਂ ਦਾ, ਤੇਰੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲੇ। ਅੱਗੋਂ ਸਤਿਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ, ਮਾਤਾ ਜੀ ਤੁਸੀਂ ਵਪਾਰ ਦੀ ਕੀ ਗੱਲ ਕਰਦੇ ਹੋ? ਮੇਰਾ ਤੇ ਵਪਾਰ ਹਰ ਰੋਜ਼ ਹੀ ਚੱਲਦਾ। ਮਾਤਾ ਨੇ ਉਤਾਵਲੇ ਜੋ ਕੇ ਪੁੱਛਿਆ ਗੁਰੂ ਨਾਨਕ ਸਾਹਿਬ, ਜਦੋਂ ਪੁੱਛਿਆ ਕਹਿੰਦੇ ਵੀ ਕਿੱਥੇ ਚੱਲਦਾ ਪੁੱਤਰ ਤੇਰਾ ਵਪਾਰ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਪਣੇ ਘਰੇ ਹੀ ਚੱਲਦਾ। ਅੱਛਾ, ਤੂੰ ਆਪਣੇ ਘਰੋਂ ਕਦੋਂ ਤੋਂ ਵਪਾਰ ਸ਼ੁਰੂ ਕਰ ਦਿੱਤਾ? ਕਹਿੰਦੇ ਮਾਤਾ ਜਦੋਂ ਤੋਂ ਇਸ ਸੰਸਾਰ ਦੇ ਉੱਤੇ ਮੈਂ ਆਇਆ, ਮੈਂ ਤੇ ਉਦੋਂ ਦਾ ਹੀ ਸ਼ੁਰੂ ਕੀਤਾ। ਕਹਿੰਦੀ ਕਿੰਨੇ ਕੁ ਗਾਹਕ ਆਉਂਦੇ ਨੇ? ਮਾਤਾ ਨੇ ਸਵਾਲ ਤੁਰੰਤ ਹੀ ਪੁੱਛਿਆ। ਸਤਿਗੁਰੂ ਕਹਿੰਦੇ ਵੀ ਬੜੇ ਬੜੇ ਗਾਹਕ ਆਉਂਦੇ, ਕੋਈ ਸੌਦਾ ਵੀ ਲੈ ਕੇ ਜਾਂਦੇ ਨੇ। ਕਹਿੰਦੇ ਮਾਤਾ ਜਿਹੜਾ ਸੌਦਾ ਮੇਰੇ ਕੋਲ ਹੈ, ਜਿਹੜਾ ਉਹ ਲੈ ਗਿਆ ਉਹਨੂੰ ਕਦੇ ਕੋਈ ਘਾਟਾ ਹੀ ਨਹੀਂ ਪੈਂਦਾ। ਤੇ ਤੂੰ ਦੱਸ ਹੁਣ ਤੈਨੂੰ ਕੋਈ ਘਾਟਾ ਪੈ ਰਿਹਾ ਜਾਂ ਕੋਈ ਫਾਇਦਾ ਹੋ ਰਿਹਾ? ਕਹਿੰਦੇ ਮਾਤਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ, ਪਿਆ ਨਿਦਾਨਾ ਖਾਵੂ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਇਹ ਤੇ ਟੋਟ ਕਦੀ ਆਉਂਦੀ ਨਹੀਂ ਇਸ ਖਜ਼ਾਨੇ ਵਿੱਚ, ਤੇ ਵੱਧਦਾ ਹੀ ਜਾਂਦਾ। ਇੱਕ ਨੇ ਦਾਤ ਪ੍ਰਾਪਤ ਕੀਤੀ, ਉਹਨੇ ਦੂਜੇ ਨੂੰ ਦੇ ਦੇਣੀ, ਦੂਜੇ ਨੇ ਪ੍ਰਾਪਤ ਕੀਤੀ, ਉਹਨੇ ਚੌਹਾਂ ਨੂੰ ਦੇ ਦੇਣੀ ਹੈ, ਚੌਹਾਂ ਨੇ ਅੱਗੇ 20 ਨੂੰ ਦੇ ਦੇਣੀ ਹੈ। ਇਹ ਦਾਤ ਤੇ ਵੱਧਦੀ ਜਾਣੀ, ਨਾਮ ਦਾ ਖਜ਼ਾਨਾ ਤੇ ਹਮੇਸ਼ਾ ਵੱਧਦਾ ਹੀ ਜਾਣਾ। ਕਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਇਹ ਤੇ ਕਦੀ ਟੋਟ ਆਉਂਦੀ ਨਹੀਂ। ਹੁਣ ਮਾਤਾ ਦੁਨਿਆਵੀ ਗੱਲ ਕਰ ਰਹੀ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਰਮਾਤਮਾ ਦੀ ਬੰਦਗੀ ਦੀ ਗੱਲ ਕਰ ਰਹੇ, ਉਹਦੇ ਨਾਮ ਦੇ ਨਾਲ ਜੁੜਿਆਂ ਦੀ ਗੱਲ ਕਰਦੇ। ਮਾਤਾ ਅੱਗੋਂ ਕਹਿੰਦੀ ਵੀ ਮੈਂ ਤੇ ਕਦੀ ਕੋਈ ਆਇਆ ਇੱਥੇ ਗਾਹਕ ਵੇਖਿਆ ਨਹੀਂ, ਤੇਰੇ ਤੋਂ ਕੋਈ ਸੌਦਾ ਖਰੀਦਾ ਕਦੀ ਵੇਖਿਆ ਨਹੀਂ, ਨਾ ਹੀ ਤੇਰਾ ਕੋਈ ਸੌਦਾ ਵੇਖਿਆ। ਉਹ ਮਾਤਾ ਦੁਨਿਆਵੀ ਸੀ, ਨਹੀਂ ਗੱਲ ਸਮਝ ਆਈ। ਫਿਰ ਉਹ 2-4 ਸਵਾਲ ਹੋਰ ਪੁੱਛੇ ਤੇ ਉੱਥੋਂ ਚਲੀ ਗਈ। ਜਦ ਪਤਾ ਹੀ ਨਹੀਂ ਲੱਗਿਆ,
ਹੁਣ ਇਹੀ ਗੱਲਾਂ ਜਦੋਂ ਗੁਰੂ ਨਾਨਕ ਜੀ ਬਾਹਰ ਜਾ ਕੇ ਕਰਦੇ ਸਨ ਨਾ ਕਿਸੇ ਨਾਲ, ਤੇ ਲੋਕ ਪਤਾ ਕੀ ਕਹਿੰਦੇ ਸਨ? ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਭਇਆ ਦੀਵਾਨਾ ਸਾਕਾ, ਨਾਨਕ ਬੌਰਾਨਾ ਹੋ, ਹਰ ਬਿਨ ਅਵਰ ਨਾ ਜਾਨਾ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਲਿਖਿਆ। ਕਹਿੰਦੇ ਬੇਤਾਲਾ ਜਿਹਾ, ਇਹ ਪਾਗਲ ਜਿਹਾ ਪਤਾ ਨਹੀਂ ਕੀ ਕਹਿੰਦਾ। ਹੁਣ ਜਿਹਨੂੰ ਇਸ ਗੱਲ ਦੀ ਸਮਝ ਹੈ, ਜਿਸਨੂੰ ਇਸ ਗੱਲ ਦਾ ਪਤਾ ਵੀ ਨਾਮ ਦਾ ਵਪਾਰ ਕੀ ਹੈ, ਉਹੀ ਇਸ ਗੱਲ ਨੂੰ ਸਮਝੇਗਾ। ਇਸ ਗੱਲ ਦੀ ਸਮਝ ਆਈ ਸੀ ਸਭ ਤੋਂ ਪਹਿਲਾਂ ਭੈਣ ਨਾਨਕੀ ਨੂੰ ਵੀ ਨਾਨਕ ਨਾਮ ਦੇ ਵਪਾਰ ਨੂੰ ਲੈ ਕਰਕੇ ਗੱਲਾਂ ਕਰਦਾ, ਨਾਮ ਦਾ ਵਰਜ ਕਰ। ਫਿਰ ਇਸ ਗੱਲ ਦੀ ਸਮਝ ਆਈ ਸੀ ਰਾਏ ਬੁਲਾਰ, ਤੇ ਰਾਏ ਬੁਲਾਰ ਨੇ ਪਟਵਾਰੀ ਕਲਿਆਣ ਦਾਸ ਜੀ ਮਹਿਤਾ ਜਿਹੜੇ ਸਨ ਨਾ, ਉਹਨਾਂ ਦੇ ਕੋਲ ਲੱਗੇ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ। ਉਹਨਾਂ ਨੂੰ ਕਈ ਵਾਰੀ ਆਖਿਆ ਸੀ ਵੀ ਗੁਰੂ ਨਾਨਕ ਜੋ ਵੀ ਕਰੇ ਇਹਨਾਂ ਨੂੰ ਕਰਨ ਦਿਓ, ਇਹਨਾਂ ਦੇ ਕਰਕੇ ਜੋ ਵੀ ਨੁਕਸਾਨ ਹੋਵੇ ਮੈਂ ਦੇਣ ਨੂੰ ਤਿਆਰ ਹਾਂ, ਪਰ ਇਹਨਾਂ ਨੂੰ ਇਹਨਾਂ ਦਾ ਕਾਰਜ ਕਰਨ ਦਿਓ। ਇਹ ਤੇ ਸੰਸਾਰ ਦਾ ਪਾਰ ਉਤਾਰਾ ਕਰਨ ਵਾਸਤੇ ਆਏ ਨੇ। ਇਹ ਗੱਲ ਕਈ ਵਾਰੀ ਮਾਤਾ ਜੀ ਨੇ ਵੀ ਕਹੀ ਸੀ, ਕਈ ਵਾਰੀ ਇਹ ਗੱਲ ਭੈਣ ਨਾਨਕੀ ਨੇ ਵੀ ਕਹੀ ਸੀ ਵੀ ਇਹ ਤੇ ਜਗਤ ਦਾ ਪਾਰ ਉਤਾਰਾ ਕਰਨ ਵਾਸਤੇ ਆਏ ਨੇ ਤੇ ਨਾਮ ਦੇ ਆਸਰੇ ਹੀ ਹੋਣਾ ਹੈ। ਨਾਨਕ ਨੇ ਨਾਮ ਦਾ ਜਹਾਜ਼ ਬਣਾਇਆ, ਜਿਹੜੇ ਚੜ ਜਾਣਗੇ ਉਹ ਸੰਸਾਰ ਤੋਂ ਪਾਰ ਲੰਘ ਜਾਣਗੇ। ਸੋ ਉਹ ਜੋ ਪਾਰਸੀ ਧਰਮ ਦਾ ਉਹ ਪੈਰੋਕਾਰ ਸੀ ਹਜ਼ਰਤ ਮੂਸਾ, ਉਹ ਪਰਮਾਤਮਾ ਨਾਲ ਵਿਚਾਰਾਂ ਕਰਦਾ ਸੀ, ਬੰਦਗੀ ਕਰਦਾ ਸੀ। ਇੱਕ ਦਿਨ ਉਹਨੇ ਬੇਨਤੀ ਕੀਤੀ, ਬੇਨਤੀ ਰੂਪ ਵਿੱਚ ਉਹਨੇ ਕਿਹਾ, ਕਹਿੰਦੇ ਐ ਅਕਾਲ ਪੁਰਖ ਪਰਮਾਤਮਾ, ਮੈਂ ਤੇਰੇ ਤੋਂ ਕੁਝ ਮੰਗਣਾ ਚਾਹੁੰਦਾ। ਕਹਿੰਦੇ ਜੀ ਕੀ? ਕਹਿੰਦੇ ਮੰਗ ਮੇਰੀ ਇਹ ਹੈ ਕਿ ਮੈਨੂੰ ਨਾ ਇੱਕ ਦਿਨ ਦੀ ਜ਼ਿੰਮੇਵਾਰੀ ਦੇ ਦਿਓ, ਮੈਂ ਸਾਰਿਆਂ ਨੂੰ ਭੋਜਨ ਦੇਣਾ ਚਾਹੁੰਦਾ ਹੈ। ਪ੍ਰਮਾਤਮਾ ਤੂੰ ਸਾਰਿਆਂ ਦੀ ਪ੍ਰਤਪਾਲਨਾ ਕਰਦਾ, ਪ੍ਰਤਪਾਲਿਆ ਪਿਆਉ ਦੇ ਕਛ ਊਨ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਤੂੰ ਸਭ ਦੀ ਪ੍ਰਤਪਾਲਨਾ ਕਰਦਾ ਹੈ, ਸਭਨਾਂ ਨੂੰ ਇੱਕ ਸਮਾਨ ਸਮਝਦਾ ਹੈ, ਇੱਕ ਸਮਾਨ ਸਭ ਨੂੰ ਦਾਤਾਂ ਦੇਣਾ ਹੈ। ਤੇਰੀ ਇਸ ਪ੍ਰਕਿਰਿਆ ਦੇ ਵਿੱਚ ਕੋਈ ਊਨਤਾ ਹੀ ਨਹੀਂ ਹੋ ਸਕਦੀ। ਪ੍ਰਤਪਾਲਿਆ ਪਿਆਉ ਦੇ ਕਛ ਊਨ ਨਾ ਹੋਈ, ਸਭਨਾਂ ਦੀ ਪ੍ਰਤਪਾਲਨਾ ਕਰਦਾ ਹੈ, ਆਪ ਹੀ ਸਾਰਿਆਂ ਨੂੰ ਸਾਰਾ ਕੁਝ ਦੇਣਾ, ਕੋਈ ਊਨਤਾ ਹੀ ਨਹੀਂ ਹੁੰਦੀ। ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਇੱਕ ਰੱਤੀ ਭਰ ਇੱਕ ਖਿੰਨ ਮਾਤਰ ਵੀ ਕੋਈ ਦੋਸ਼ ਨਹੀਂ ਕੱਢ ਸਕਦਾ ਤੇਰੀ ਪ੍ਰਤਪਾਲਨਾ ਦਾ। ਤੂੰ ਜੋ ਲੋਕਾਂ ਨੂੰ ਦਾਨ ਦੇਣਾ, ਸੁੱਖ ਦੇਣਾ, ਸਭ ਤਰ੍ਹਾਂ ਦੀਆਂ ਚੀਜ਼ਾਂ ਦੇਣਾ, ਉਹਦੇ ਵਿੱਚ ਕੋਈ ਊਣਤਾ ਹੀ ਨਹੀਂ। ਪਰ ਅਕਾਲ ਪੁਰਖ ਮੈਂ ਚਾਹੁੰਦਾ ਵੀ ਇੱਕ ਦਿਨ ਦੀ ਜ਼ਿੰਮੇਵਾਰੀ ਤੂੰ ਮੈਨੂੰ ਦੇ। ਹੁਣ ਆਪਾਂ ਲੈ ਕੇ ਆਉਣੀ ਗੱਲ ਵੱਡਾ ਦੇਸ਼ ਵੱਡਾ ਰਾਜ। ਪਰਮਾਤਮਾ ਦੇ ਲਈ ਇਹ ਸਾਰਾ ਸੰਸਾਰ ਇੱਕ ਵੱਡੇ ਦੇਸ਼, ਇੱਕ ਵੱਡੇ ਰਾਜ ਵਾਂਗ ਹੈ। ਉਹਦੇ ਲਈ ਸਾਰੇ ਬਰਾਬਰ ਨੇ, ਇੱਕ ਭਿਖਾਰੀ ਲਈ ਸਭ ਬਰਾਬਰ ਨੇ। ਧਿਆਨ ਦਿਓ ਗੱਲ ਮੈਂ ਜਿੱਥੋਂ ਸ਼ੁਰੂ ਕੀਤੀ ਹੈ ਕਿ ਇੱਕ ਭਿਖਾਰੀ, ਉਹਦੇ ਲਈ ਸਾਰੇ ਘਰ ਬਰਾਬਰ ਨੇ, ਸਭਨਾਂ ਦੇ ਘਰ ਹੋ ਜਾਂਦਾ ਹੈ। ਇੱਕ ਮਨੁੱਖ ਨੂੰ ਇੱਕ ਆਪਣੇ ਘਰ ਦਾ ਹੀ ਫਿਕਰ ਹੈ, ਆਪਣੇ ਪਰਿਵਾਰ ਦਾ ਹੀ ਫਿਕਰ ਹੈ, ਉਹਨੂੰ ਸਾਰਿਆਂ ਦਾ ਨਹੀਂ। ਪਰ ਇੱਕ ਭਿਖਾਰੀ ਸਭ ਦੇ ਜਾਂਦਾ ਹੈ, ਉਹਨੂੰ ਸਭ ਦੇ ਘਰ ਦਾ ਫਿਕਰ ਹੈ, ਉਹ ਸਭਨਾਂ ਨੂੰ ਆਪਣਾ ਸਮਝਦਾ ਹੈ। ਬਿਰਤੀ ਦੀ ਗੱਲ ਕਿ ਮਨੁੱਖ ਦੀ ਬਿਰਤੀ ਆਪਣੇ ਤੱਕ ਹੈ, ਭਿਖਾਰੀ ਦੀ ਸਾਰਿਆਂ ਤੱਕ ਹੈ, ਤੇ ਪਰਮਾਤਮਾ ਦੀ ਸੋਚ ਵੀ ਸਾਰਿਆਂ ਤੱਕ ਹੈ, ਸਭ ਨੂੰ ਪਦਾਰਥ ਦਿੰਦਾ, ਸੁੱਖ ਦਿੰਦਾ। ਫਿਰ ਤੇ ਕਹਿੰਦੇ ਇੱਕ ਮਨੁੱਖ ਨਾਲੋਂ ਤੇ ਭਿਖਾਰੀ ਹੀ ਚੰਗਾ ਹੋਇਆ ਜਿਹੜਾ ਸਾਰਿਆਂ ਬਾਰੇ ਸੋਚਦਾ, ਸਾਰਿਆਂ ਦੇ ਘਰੇ ਜਾਂਦਾ, ਸਭਨਾਂ ਤੋਂ ਭੋਜਨ ਲੈਂਦਾ।
क्योंकि परमात्मा भी सब नूं भोजन दिंदा है, ਉਹਦੇ ਦਿੱਤੇ ਵਿੱਚ कदी कोई उणताई नहीं हुंदी, कोई भिन्नता नहीं है, कोई फर्क नहीं है। उन्हें नहीं वेखना भी हाँ इनू देना या नहीं देना, उन्हें दे देना। तो बेनती जदों कीती ना उस हजरत मूसा ने, कहते भी बेनती तेरी प्रवान कर लई है, अज रात के समय तो ही कल रात के समय तक तेरी पूरी 8 पहर की या 24 घंटे की तेरी जिम्मेवारी ला दी, तू सारिਆਂ ਨੂੰ भोजन देना है, सबनों तो एक समानता रख के सबना दा तू पेट भरना है। हुण संगत जी इत्थे गल होर सांझी करिए, गुरबाणी विच भी कई बार लिखिया मिलदा है, रहरा साहब का आपां पाठ करदे ना, उहदे विच लिखिया सैल पत्थर मैं जन तो पाए तां घर जिक आगे कर धरे। परमात्मा ते पत्थरां दे विच रहण वाले जीव जनता नूं विरोधी दिंदा। 42 लाख जूना धरती ते ने, 84 लाख जूना ने, 42 लाख जूना धरती ते ने, एक मनुख कला किरत करदा, बाकी कोई नहीं करदा। उन्हां सारियां दी प्रतिपालना कौन करदा? परमात्मा करदा। कहंदे ओ 42 लाख जूना दे विचों उन्नियां ही 42 लाख जूना थल्ले जल दे विच ने, ना कोई किरस करे, उत्थे कोई हट नहीं चलदी, कोई किरत नहीं चलदी, कोई दुकानदारी कोई व्यापार नहीं चलता। संगत जी व्यापारी या दुकानदारी या हट या कुछ भी कार्य करने वाला केवल एक मनुख है, बाकी कोई भी जोन नहीं करती। वो सारिया की प्रतिपालना कौन करता है? एक अकाल पुरख करता, होर कोई नहीं करता। सारिया नूं कौन रोजी देंदा? एक अकाल पुरख देंदा। हुण उत्थे भी किरत नहीं चलती, इत्थे भी नहीं चलती। कई बारी मनुख पशुओं तो कम लैंदा, बदले विच कुछ ना कुछ खाण वास्ते देंदा। चलो आपां कुछ को गिणदे चुनदे पशुओं भी कह देने भी हाँ ये भी व्यापार का जरिया, पर सोच मनुख दी काम करदी उन्होंने चलाउण दे विच। हाथी नूं एक महावत उत्ते बैठ के कुंडे नाल चलाउंदा, ओहदा व्यापार ओहदे किरत का साधन है, जरिया है, व्यापार का जरिया है। वो महावत का पेट पालदा है, उहदे परिवार का पेट पालदा है। बदले विच वो महावत हाथी नूं भी कुछ खाण वास्ते पदार्थ दे देंदा, सुख दे देंदा, पर सोच मनुख दी काम करदी है। कहंदे भी एक मनुख ही है जिहड़ा किरत करदा जां कारज करदा जां कोई काम करदा, बाकी कोई नहीं करदा किसे जून दे विच। तो कहते उन्होंने सारिया की प्रतिपालना कौन करता? परमात्मा करता। कहते असी अज तो लैके रात तो कल रात के समय तक तुहाडी जिम्मेवारी ला देने भी तुसीं सारियां नूं भोजन देना। कहते जी सब सारियां शक्तियां तुहाडे कोल आ गई। हजरत मूसा नूं ये सब कुछ मिल गया अधिकार, ते उसे रात तो 12 बजे तो बाद या पहले पैर तो शुरू हो गया। ते संगत जी उन्हें रोजी देनी शुरू करती। सबना नूं रिजक देंदा, सबना नूं भोजन देई जांदा। जिन्नी जिन्नी किसी दी यथाशक्त है, जरूरत है, लोड़ है, सब नूं देंदा। देंदे देंदे संगत जी सारे दिन का वो 8 पहर का समा बतीत हो गया, पर 2 जने रह गए। वो 2 जने कौन सन? एक कोई व्यक्ति कबर पुट के विचार कर रहा सी, ओदे कोई गहने या कोई पैसे रखे हुए सन, वो कढ़ रहा सी या ला रहा सी, कुछ भी कर रहा सी। एक तो उन्होंने नहीं दिता जिहड़ा कबर पुट के विचार कर रहा सी, माड़े काम कर रहा सी। एक सूर नूं भोजन नहीं दिता, बाकी सारे
ਜਦੋਂ ਸਾਰਿਆਂ ਨੂੰ ਭੋਜਨ ਦੇ ਦਿੱਤਾ ਸੰਗਤ ਜੀ ਤੇ ਚਲੇ ਗਏ ਉਸ ਗੁਫਾ ਦੇ ਵਿੱਚ। ਜਾਂਦੇ ਜਾਂਦੇ ਉਹਨਾਂ ਨੂੰ ਇੱਕ ਕੀੜਾ ਨਜ਼ਰ ਆਇਆ। ਸੈਲ ਪੱਥਰ ਮੈਂ ਜੰਤੂ ਪਾਏ ਦੀ ਗੱਲ ਮੈਂ ਤਾਂ ਕੀਤੀ ਹੈ ਕਿਉਂਕਿ ਹਜ਼ਰਤ ਮੂਸਾ ਨੇ ਵੀ ਇੱਕ ਪਰ ਕੀਤੀ ਸੀ। ਉਹਨਾਂ ਨੇ ਨਾ ਉਹ ਕੀੜੇ ਨੂੰ ਇੱਕ ਦਿਨ ਦਾ ਭੋਜਨ ਦੇ ਦਿੱਤਾ, ਦੂਜੇ ਦਿਨ ਉਹਨੂੰ ਨਾ ਡੱਬੀ 'ਚ ਪਾ ਕੇ ਆਪਣੀ ਪੱਗ ਦੇ ਵਿੱਚ ਆਪਣੇ ਸਿਰ ਦੇ ਉੱਤੇ ਰੱਖ ਲਿਆ। ਜਦੋਂ ਸਿਰ ਦੇ ਉੱਤੇ ਰੱਖਿਆ, ਇੱਕ ਦਿਨ ਦਾ ਹੀ ਭੋਜਨ ਦਿੱਤਾ ਸੀ, ਛਕਾ ਕੇ ਉਹਨੂੰ ਬਿਲਕੁਲ ਉਹਨੂੰ ਖਾਲੀ ਨਾ ਡੱਬੀ ਵਿੱਚ ਪਾ ਕੇ ਰੱਖ ਲਿਆ। ਤੇ ਸੰਗਤ ਜੀ ਚਲੇ ਗਏ ਪਰਮਾਤਮਾ ਦੇ ਕੋਲ ਤੇ ਕਿਹਾ, ਇਹ ਅਕਾਲ ਪੁਰਖ ਮੈਂ ਸਾਰੇ ਦਿਨ ਦੀ ਅੱਜ ਜ਼ਿੰਮੇਵਾਰੀ ਨਿਭਾ ਦਿੱਤੀ ਹੈ, ਮੈਂ ਸੁਰਖਰੂ ਹੋ ਗਿਆ ਤੇ ਇਹ ਅਕਾਲ ਪੁਰਖ ਇਹ ਕਾਰਜ ਸਿਰਫ ਤੇਰਾ ਹੀ ਹੈ, ਮੇਰੇ ਤੋਂ ਨਹੀਂ ਹੋਣਾ, ਮੈਂ ਇਹ ਕਾਰਜ ਨਹੀਂ ਕਰ ਸਕਦਾ। ਜਦੋਂ ਪੁੱਛਿਆ ਉਹਨਾਂ ਨੂੰ, ਕਹਿੰਦੇ ਸਾਰਿਆਂ ਨੂੰ ਭੋਜਨ ਦੇ ਦਿੱਤਾ, ਕਹਿੰਦੇ ਚੰਗੀ ਤਰ੍ਹਾਂ ਵੇਖ ਲਓ ਕੋਈ ਰਹਿ ਤਾਂ ਨਹੀਂ ਗਿਆ। ਫਿਰ ਪੁੱਛਿਆ ਵੀ ਕੋਈ ਰਹਿ ਤਾਂ ਨਹੀਂ ਗਿਆ, ਕਹਿੰਦੇ ਜੀ ਕੋਈ ਨਹੀਂ ਰਹਿ ਗਿਆ। ਕਹਿੰਦੇ ਇੱਕ ਵਾਰੀ ਫਿਰ ਦੇਖੋ। ਜਦੋਂ ਦੂਜੀ ਵਾਰੀ ਵੇਖਣ ਵਾਸਤੇ ਕਿਹਾ ਨਾ ਵੀ ਕੋਈ ਵੇਖੋ ਰਹਿ ਤਾਂ ਨਹੀਂ ਗਿਆ, ਆਪਣੇ ਆਪ ਹੀ ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਵੀ 2 ਜਣਿਆਂ ਨੂੰ ਮੈਂ ਭੋਜਨ ਨਹੀਂ ਦਿੱਤਾ ਬਾਦਸ਼ਾਹ। ਉਹ ਔਗਣ ਵਾਲੇ ਸਨ, ਮੈਂ ਉਹਨਾਂ ਨੂੰ ਦਿੱਤਾ ਨਹੀਂ। ਕਹਿੰਦੇ ਤੂੰ ਕੌਣ ਹੁੰਦਾ ਕਿਸੇ ਦੇ ਗੁਣ ਜਾਂ ਔਗਣ ਵੇਖਣ ਵਾਲਾ? ਇਹ ਤੇ ਅਸੀਂ ਦੇਖਣਾ ਨਾ ਵੀ ਉਹਦੇ ਗੁਣ ਨੇ ਜਾਂ ਔਗਣ ਨੇ, ਉਹਦਾ ਹਿਸਾਬ ਕਿਤਾਬ ਕਿਸੇ ਹੋਰ ਤਰੀਕੇ ਨਾਲ ਹੋਏਗਾ। ਪਰ ਉਹਦੇ ਹਿੱਸੇ ਵਿੱਚ ਰੋਜੀ ਜ਼ਰੂਰ ਲਿਖੀ ਸੀ ਜਿਹੜੀ ਤੁਸੀਂ ਦੇਣੀ ਸੀ, ਦਿੱਤੀ ਕਿਉਂ? ਕਹਿੰਦੇ ਵੀ ਜੇ ਵੀ ਸਮਾਂ ਦੇ ਦਿਓ। ਫਿਰ ਉਹਨਾਂ ਨੂੰ ਵੀ ਭੋਜਨ ਦਿੱਤਾ ਤੇ ਤਾਂ ਕਿਤੇ ਜਾ ਕੇ ਪਰਮਾਤਮਾ ਦੀ ਉਹ ਸਾਰੇ ਦਿਨ ਦੀ ਜ਼ਿੰਮੇਵਾਰੀ ਪੂਰੀ। ਹੁਣ ਸੰਗਤ ਜੀ ਉਹ ਸਵੇਰ ਮੁੱਕੀ, ਅਗਲੀ ਸਵੇਰ ਹੋਈ ਤੇ ਜਦੋਂ ਗਏ ਨਾ ਪਰਮਾਤਮਾ ਦੇ ਕੋਲ, ਫਿਰ ਉਸ ਗੁਫਾ ਦੇ ਵਿੱਚ ਅਗਲਾ ਦਿਨ ਆ ਗਿਆ ਦੂਜਾ। ਤੇ ਜਦੋਂ ਗਏ ਹੁਣ ਉਹ ਕਹਿਣ ਲੱਗੇ, ਕਹਿੰਦੇ ਪਰਮਾਤਮਾ ਜੀ ਤੁਸੀਂ ਵੀ ਇੱਕ ਚੀਜ਼ ਭੁੱਲ ਰਹੇ ਹੋ। ਕਹਿੰਦੇ ਕੀ ਭੁੱਲ ਰਹੇ ਹੋ? ਕਹਿੰਦੇ ਇੱਕ ਕੀੜਾ ਮੈਂ ਕੱਲ ਦਾ ਹੀ ਆਪਣੀ ਦਸਤਾਰ ਵਿੱਚ ਡੱਬੀ 'ਚ ਪਾ ਕੇ ਰੱਖਿਆ ਹੋਇਆ। ਕਹਿੰਦੇ ਵੀ ਤੁਸੀਂ ਉਹਨੂੰ ਭੋਜਨ ਨਹੀਂ ਦਿੱਤਾ। ਦੂਜੇ ਦਿਨ ਸਵਾਲ ਕੀਤਾ, ਸ਼ੰਕਾ ਕੀਤੀ। ਉਹ ਕਹਿੰਦੇ ਕੱਢ ਕੇ ਤਾਂ ਵੇਖ। ਜਦੋਂ ਕੱਢ ਕੇ ਵੇਖਿਆ, ਉਹ ਡੱਬੀ ਵਾਲੇ ਕੀੜੇ ਦੇ ਮੁਖ ਵਿੱਚ ਵੀ ਇੱਕ ਚੌਲ ਦਾ ਦਾਣਾ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਉਹ ਤੇ ਪੱਥਰਾਂ ਵਿੱਚ ਰਹਿਣ ਵਾਲੇ ਜੀਵ ਜੰਤਾਂ ਨੂੰ ਵੀ ਰੋਜ਼ੀ ਦੇ ਰਿਹਾ ਤੇ ਤੇਰਾ ਉਹਨੂੰ ਫਿਕਰ ਨਹੀਂ ਹੋਏਗਾ। ਸਭ ਤੋਂ ਜ਼ਿਆਦਾ ਮਨੁੱਖ ਦਾ ਹੀ ਉਹ ਫਿਕਰ ਕਰਦਾ। ਬਾਕੀ ਜੀਵ ਜੰਤੂ ਤੇ ਇੱਕ ਦੂਜੇ ਦਾ ਆਹਾਰ ਉਹਨਾਂ ਨੇ ਬਣਾਏ ਨੇ। ਇੱਕ ਮਨੁੱਖ ਬਨਸਪਤੀ ਨੂੰ ਖਾ ਰਿਹਾ, ਇੱਕ ਮਨੁੱਖ ਨਾ ਇੱਕ ਪਸ਼ੂ ਬਨਸਪਤੀ ਨੂੰ ਖਾ ਰਿਹਾ, ਇੱਕ ਪਸ਼ੂ ਦੂਜੇ ਹੀ ਛੋਟੇ ਜੀਵ ਨੂੰ ਖਾ ਰਿਹਾ। ਜੋ ਇੱਕ ਦੂਜੇ ਨੇ ਦੂਜੇ ਦਾ ਆਹਾਰ ਬਣਾਇਆ ਹੋਇਆ। ਇੱਕ ਹੈ ਮਨੁੱਖਾ ਤੇਰੀ ਹੋਈ ਤ੍ਰਿਪਤੀ ਨਹੀਂ ਹੁੰਦੀ, ਤੂੰ ਹੀ ਕਦੇ ਸ਼ਾਂਤ ਨਹੀਂ ਹੋਇਆ। ਸੋ ਕਹਿੰਦੇ ਜਦੋਂ ਕੱਢ ਕੇ ਵੇਖਿਆ, ਉਹਦੇ ਮੁਖ ਦੇ ਵਿੱਚ ਇੱਕ ਚੌਲ ਦਾ ਦਾਣਾ ਸੀ। ਕਹਿੰਦੇ ਸਤ ਵਚਨ ਪਰਮਾਤਮਾ ਰਤ ਪਾਲੈ ਅਪਿਆਓ ਦੇ ਕੱਛ ਊਣ ਨਾ ਹੋਈ। ਤੂੰ ਸਾਰਿਆਂ ਨੂੰ ਬਰਾਬਰ ਹੀ ਸਮਝਦਾ। ਇੱਕ ਭਿਖਾਰੀ ਦੇ ਵਾਂਗ ਸਾਰਿਆਂ ਨੂੰ ਬਰਾਬਰ ਸਮਝਦਾ। ਮੈਂ ਇੱਕੋ ਘਰ ਤੇ ਦਾਵਾ ਕਰਦਾ ਪਿਆ, ਤੇਰਾ ਸਾਰਿਆਂ ਤੇ ਦਾਵਾ। ਤੇਰਾ ਇਹ ਵੱਡਾ ਦੇਸ਼, ਇਹ ਵੱਡਾ ਰਾਜ, ਸਾਰੀ ਸ੍ਰਿਸ਼ਟੀ ਤੂੰ ਹੀ ਸਾਜੀ ਹੈ ਤੇ ਇਹਦਾ ਤੂੰ ਹੀ ਦਾਵਾ ਕਰ ਸਕਦਾ, ਅਸੀਂ ਲੋਕ ਨਹੀਂ ਕਰ ਸਕਦੇ। ਕਹਿੰਦੇ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ਼ ਵੱਡ ਰਾਜ, ਪਰ ਦਾਅਵੇ ਦੇ ਵਿੱਚ ਹੁੰਦੇ ਹੋਏ ਵੀ ਤੂੰ ਨਿਰਦਾਵਾ ਹੈ। ਤੂੰ ਸਾਰਿਆਂ ਦੇ ਵਿੱਚ ਵਸਦਾ ਹੋਇਆ ਵੀ ਸਾਰਿਆਂ ਤੋਂ ਨਿਰਲੇਪ ਹੀ ਰਹਿਣਾ, ਵੱਖਰਾ ਹੀ ਰਹਿਣਾ। ਸਭ ਨੂੰ ਸਭ ਤਰ੍ਹਾਂ ਦੇ ਪਦਾਰਥ ਵੀ ਦੇਣਾ, ਪਰ ਉਹਨਾਂ ਤੋਂ ਵੱਖਰਾ ਹੀ ਰਹਿਣਾ। ਇਸ ਕਰਕੇ ਉਸ ਭਿਖਾਰੀ ਦੇ ਵਾਂਗ ਬਿਰਤੀ ਵੇਖੋ ਪਰਮਾਤਮਾ ਦੀ ਹੈ। ਸਭਨਾਂ ਦੇ ਵਿੱਚ ਵਸਦਾ ਵੀ ਹੈ, ਸਭਨਾਂ ਨੂੰ ਰਿਜ਼ਕ ਵੀ ਦਿੰਦਾ ਤੇ ਸਭਨਾਂ ਨੂੰ ਆਪਣੇ ਵੀ ਸਮਝਦਾ। ਆਓ ਅਗਲੇ ਸ਼ਲੋਕ ਰਾਹੀਂ ਸਰਵਣ ਕਰੀਏ।
कबीर दावै दाजन होत है, निर्दावा रहन संक। दावा की जिवें आपां पहलां भी गल कीती कि मनुख दा एक घर ते दावा है, मलकीयत है। दावा कहंदे ने मलकीयत। कहंदे मलकीयत वाला दावा दाजन होता है। मलकीयत वाला अपना दाजन कहंदे ने अधिकार। मलकीयत दे उत्ते जिहदा अधिकार है, जो उसका मालिक है, वो अपनी जगह नूं अपनी कहेगा, बार बार कहेगा भी ये मेरी है। पर कहंदे निर्दावा रहन संक, वो परमात्मा जिन्हों कोई फिक्र नहीं, जिहदे उत्ते किसी तरह की साडी कोई शंका नहीं, वो परमात्मा कदे भी अपनी बनाई हुई चीज ते दावा नहीं करता भी ये मेरी है। ਉਹਦੇ ਲਈ ਸਭ ਬਰਾਬਰ ਹੈ, ਉਹਦੇ ਲਈ ਸਭ ਇੱਕੋ ਜਿਹੇ ਨੇ। ਇੱਕ ਮਲਕੀਅਤ ਵਾਲਾ ਆਪਣੀ ਚੀਜ਼ ਤੇ ਦਾਵਾ ਕਰੇਗਾ ਵੀ ਮੇਰੀ ਹੈ। ਕਬੀਰ ਜੀ ਦੇ ਕਹਿਣ ਮੁਤਾਬਕ ਕਹਿੰਦੇ ਵੀ ਜੋ ਦਾਅਵੇ ਵਾਲਾ ਉਹ ਕਹੇਗਾ ਮੇਰੀ ਹੈ, ਮੈਂ ਇਸ ਉੱਤੇ ਆਪਣਾ ਅਧਿਕਾਰ ਰੱਖਿਆ ਹੋਇਆ, ਇਹ ਮੇਰੇ ਨਾਮ ਤੇ ਬੋਲਦੀ ਹੈ। ਬਾਰ ਬਾਰ ਉਹ ਕਹੇਗਾ ਵੀ ਇਹ ਮੇਰੀ ਹੈ, ਇਹ ਮੇਰੀ ਹੈ। ਇਹਦਾ ਜਿਹੜਾ ਨਾਮ ਹੈ ਉਹ ਮੇਰੇ ਨਾਮ ਤੇ ਚੜਿਆ ਹੋਇਆ। ਨਿਰਦਾਵਾ ਰਹਿਨ ਸੰਗ, ਜਿਹੜਾ ਕਹਿੰਦਾ ਸਾਰੀ ਸ੍ਰਿਸ਼ਟੀ ਮੇਰੀ ਹੈ, ਇੱਕ ਭਿਖਾਰੀ ਦੇ ਵਾਂਗ ਬਿਰਤੀ, ਉਹ ਨਿਰਸੰਕ ਹੈ, ਕੋਈ ਸ਼ੰਕਾ ਨਹੀਂ ਉਹਨੂੰ ਵੀ ਇਹ ਮੇਰੀ ਹੈ ਜਾਂ ਇਹ ਘਰ ਮੇਰਾ ਨਾ। ਉਹ ਕਹਿੰਦੇ ਵੀ ਸਾਰੀ ਸ੍ਰਿਸ਼ਟੀ ਮੇਰੀ ਹੈ, ਸਾਰਾ ਹੀ ਨਗਰ ਮੇਰਾ, ਸਾਰਾ ਰਾਜ ਹੀ ਮੇਰਾ। ਜਿੰਨਾ ਵੀ परमात्मा ने वस्तुआं बनाईਆਂ ने उन्हां सारियां नूं मैं ही वरतदा। हुण सूरज की रोशनी है ना, परमात्मा ने सांझी बनाई है सारिਆਂ। हुण एक घर दे विच सूरज की रोशनी गई, दूजे विच नहीं गई। हुण ये थोड़ी कहेगा एक घर दे विच जाण वाला कहंदे भी ये सूरज ही हुण मेरा हो गया, जिहड़ी रोशनी मेरे घर आउंदी दूजे दे घर ते जांदी। पर संगत जी, सूरज एक समान रोशनी देता है, सब नूं इको समान ही वो प्रकाश उजाला देता है, वो कदे भी फर्क नहीं करता। ये तो मनुख की अपनी सोच है भी ओदा मन किन्ना क खड़ा दे विच है, किन्ना को रोशनी नूं वो ज्ञान नूं लै रहा है, वो प्रकाश नूं लै रहा है, ओदा लाहा लै रहा है। जां जे अपने घर विच आई तो कहेगा भी ये मेरी होगी, नहीं, वो सांझी है, रोशनी सांझी है, प्रकाश सांझा है, चंद्रमा का प्रकाश सांझा है, सूरज का प्रकाश सांझा है। ਉਹਦਾ ਕਿਸੇ ਤੇ ਕੋਈ ਦਾਵਾ ਨਹੀਂ। ਨਿਰਦਾਵਾ ਰਹਿ ਜੋ ਸੰਕ, ਜਿਹੜਾ ਨਿਰਦਾਵੇ ਵਿੱਚ ਰਹਿੰਦਾ ਉਹ ਸ਼ੰਕਾ ਤੋਂ ਰਹਿਤ ਹੁੰਦਾ। ਸੰਗ ਅੱਗੇ ਕਹਿੰਦੇ ਜੋ ਜਨ ਨਿਰਦਾਵਾ ਰਹਿ ਸੋ ਗਨੈ ਇੰਦਰ ਸੋ ਰੰਕ। ਦਾਵੇ ਕਰਨ ਵਾਲਾ ਇੱਕ ਦੇ ਉੱਤੇ ਆਪਣਾ ਅਧਿਕਾਰ ਬਣਾਈ ਬੈਠਾ, ਕਹਿੰਦਾ ਵੀ ਆ ਮੇਰੀ ਹੈ, ਮੈਂ ਨਹੀਂ ਛੱਡ ਸਕਦਾ। ਉਹ ਜਿਹੜਾ ਨਿਰਦਾਵੇ ਰਹਿੰਦਾ ਉਹ ਕਹਿੰਦਾ ਇੰਦਰ ਵਰਗੇ ਰਾਜੇ, ਮੈਂ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਕਰਦਾ। ਵੱਡੇ ਵੱਡੇ ਸਵਰਗਾਂ ਦੇ ਰਹਿਣ ਵਾਲੇ ਰਾਜੇ ਕਹਿੰਦੇ ਮੈਂ ਉਹਨਾਂ ਦੀ ਵੀ ਪਰਵਾਹ ਨਹੀਂ ਕਰਦਾ, ਕਿਉਂਕਿ ਦਾਅਵਾ ਹੀ ਨਹੀਂ ਕਿਸੇ ਗੱਲ। ਮੰਨ ਲਓ ਵੀ ਅਸੀਂ ਕੋਈ ਚੀਜ਼ ਰੱਖੀ, ਕਹਿ ਦਿਆਂਗੇ ਵੀ ਇਹ ਸਾਡੀ ਹੈ। ਇੱਕ ਨੇ ਸਾਰੀਆਂ ਚੀਜ਼ਾਂ ਵਰਤਣੀਆਂ ਨੇ, ਕਹਿੰਦਾ ਵੀ ਹਾਂ ਵੀ ਮੇਰੀ ਆ, ਵੀ ਮੇਰੀ ਮੇਰੀ, ਵੀ ਸ਼ੰਕਾ ਕੋਈ ਨਹੀਂ, ਨਿਰਦਾਵਾ ਹੈ, ਦਾਵਾ ਕਿਸੇ ਤੇ ਨਹੀਂ। ਉਹ ਕਹਿੰਦੇ ਸਾਰੀਆਂ ਚੀਜ਼ਾਂ ਹੀ ਆਪਣੀਆਂ ਨੇ। ਹੁਣ ਪਰਮਾਤਮਾ ਦੀ ਬਣਾਈ ਹੋਈ ਹਰੇਕ ਵਸਤੂ ਨੂੰ ਹਰ ਕੋਈ ਵਰਤ ਸਕਦਾ, ਕਦੇ ਕੋਈ ਦਾਵਾ ਨਹੀਂ ਕਰ ਸਕਦਾ। ਮਨੁੱਖ ਨੇ ਜੋ ਆਪ ਬਣਾਈ ਹੈ, ਆਪ ਉਹਨੇ ਪੈਦਾ ਕੀਤੀ ਹੈ, ਉਹਨੂੰ ਜ਼ਰੂਰ ਉਹ ਕਹਿ ਸਕਦਾ, ਪਰ ਉਹਦੇ ਵਿੱਚ ਵੀ ਸ਼ਾਮਲ ਪਰਮਾਤਮਾ ਹੀ ਹੈ, ਅਕਾਲ ਪੁਰਖ ਹੀ ਸ਼ਾਮਲ ਹੈ, ਕੋਈ ਹੋਰ ਬੰਦਾ ਨਹੀਂ ਸ਼ਾਮਲ ਹੋ ਸਕਦਾ। ਹੁਣ ਮਨੁੱਖ ਨੇ ਤਾਂ ਰੁੱਖ ਲਾਇਆ, ਮੰਨ ਲਓ ਵੀ ਘਰੇ ਆਪਣੇ ਕੋਈ ਰੁੱਖ ਲਾਇਆ, ਉਹਨੂੰ ਵੱਡਾ ਕਿਹਨੇ ਕਰਨਾ? ਧਰਤੀ ਦੇ ਵਿੱਚ ਉਹਨੂੰ ਜਲ ਪਰਮਾਤਮਾ ਨੇ ਦੇਣਾ, ਉਹਨੂੰ ਵੱਡਾ ਤੇ ਪਰਮਾਤਮਾ ਨਹੀਂ ਕਰਨਾ ਨਾ। ਪਰਮਾਤਮਾ ਪਰ ਉਸ ਤੇ ਦਾਵਾ ਨਹੀਂ ਕਰਦਾ।
ਇੱਕ ਰੱਬ ਦਾ ਪਿਆਰਾ ਉਸ ਚੀਜ਼ ਤੇ ਕਦੇ ਦਾਵਾ ਨਹੀਂ ਕਰਦਾ। ਅਗਿਆਨੀ ਮਨੁੱਖੀ ਦਾਵਾ ਕਰੇਗਾ ਵੀ ਹਾਂ ਇਹ ਮੇਰੀ ਹੈ, ਇਹ ਮੇਰੀ। ਉਹਦੇ ਲਈ ਰਾਜ ਭਾਗ ਵੀ ਕਿਸੇ ਵੀ ਸੁਗਨੇ ਇੰਦਰ ਸੁਰੰਗ, ਉਹਦੇ ਸਾਹਮਣੇ ਸਵਰਗ ਵਰਗੇ ਇੰਦਰ ਦੇ ਰਾਜੇ ਵੀ ਕਿਸੇ ਕੀਮਤ ਦੇ ਨਹੀਂ। ਚਾਹੇ ਕੋਈ ਭਿਖਾਰੀ ਹੈ, ਉਹ ਸਭ ਨੂੰ, ਰਾਜਿਆਂ ਨੂੰ, ਰੰਗ ਨੂੰ ਇੱਕ ਸਮਾਨ ਹੀ ਸਮਝਦਾ ਹੈ। ਅੱਗੇ ਅਗਲੇ ਸ਼ਲੋਕ ਰਾਹੀਂ ਸਰਵਣ ਕਰੋ ਜੀ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਇੱਕ ਸਰੋਵਰ, ਪਾਲ ਕਹਿੰਦੇ ਨੇ ਕਿਨਾਰੇ ਨੂੰ, ਸਮੂਹ ਦੋ ਕਿਨਾਰੇ, ਦੋ ਕਿਨਾਰਿਆਂ ਦੇ ਉੱਪਰ ਤੱਕ ਪਾਣੀ ਭਰਿਆ ਹੋਇਆ। ਮੰਨ ਲਓ ਕਿਸੇ ਸਰੋਵਰ ਦੇ ਵਿੱਚ ਉੱਪਰ ਤੱਕ ਪਾਣੀ ਭਰਿਆ ਹੋਇਆ, ਇੱਕ ਅਗਿਆਨੀ ਮਨੁੱਖ ਉਹ ਪਾਣੀ ਨਹੀਂ ਪੀ ਸਕਦਾ। ਹੁਣ ਸਤ ਸੰਗਤ ਦੇ ਵਿੱਚ ਇੱਥੇ ਨਾਮ ਦਾ ਸਰੋਵਰ ਨੱਕੋ ਨੱਕ ਭਰਿਆ ਪਿਆ। ਅਗਿਆਨੀ ਮਨੁੱਖ ਆਏਗਾ, ਉਹ ਇਹ ਪਾਣੀ ਪੀ ਨਹੀਂ ਸਕੇਗਾ ਵੀ ਮੈਂ ਕੀ ਲੈਣਾ। ਪਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ। ਵੱਡੇ ਭਾਗਾਂ ਰਾਹੀਂ ਸਤ ਸੰਗਤ ਦਾ ਇਹ ਅੰਮ੍ਰਿਤ ਰੂਪੀ ਰਸ ਮਿਲਦਾ। ਕਬੀਰ ਨੇ ਰਸ ਮਾਣਿਆ ਤੇ ਭਰ ਭਰ ਕੇ ਇਸ ਰਸ ਨੂੰ ਪੀਤਾ, ਇਸ ਨੂੰ ਗ੍ਰਹਿਣ ਕੀਤਾ। ਗੱਲ ਨੂੰ ਸਮਝੀਏ। ਹੁਣ ਸਤ ਸੰਗਤ ਵਿੱਚ ਆਏ, ਜਿਵੇਂ ਕਿਸੇ ਪਸ਼ੂ ਦੇ ਥਣਾ ਦੇ ਨਾਲ ਕੋਈ ਜੋਕ ਲੱਗੀ, ਉਹ ਉਸ ਥਾਂ ਤੋਂ ਸੰਗਤ ਜੀ ਦੁੱਧ ਨਹੀਂ ਪੀਵੇਗੀ, ਉਹ ਖੂਨ ਚੂਸੇਗੀ। ਇੱਕ ਮਨੁੱਖ ਜਾਂ ਇੱਕ ਜੋ ਉਸ ਸਮਾਜ ਦੀ ਪਾਲਣਾ ਕਰ ਰਿਹਾ, ਉਹ ਉਹਦੇ ਵਿੱਚੋਂ ਦੁੱਧ ਲਏਗਾ। ਇੱਕ ਥਾਂ ਤੇ ਦੋ ਚੀਜ਼ਾਂ ਨੇ, ਦੁੱਧ ਵੀ ਹੈ, ਖੂਨ ਵੀ ਹੈ। ਇੱਕ ਨੇ ਖੂਨ ਲੈਣਾ, ਇੱਕ ਨੇ ਦੁੱਧ ਲੈਣਾ। ਸੋ ਸੰਗਤ ਜੀ, ਗੁਰੂ ਕੀ ਸੰਗਤ ਦਾ ਇਹ ਅੰਮ੍ਰਿਤ ਰੂਪੀ ਭੰਡਾਰ ਭਰਿਆ ਪਿਆ ਹੈ। ਪਰ ਕਈਆਂ ਨੇ ਇੱਥੇ ਆ ਕਰਕੇ ਸੰਗਤ ਜੀ ਨਾਮ ਦੀ ਦਾਤ ਲੈ ਲੈਣੀ ਹੈ, ਔਰ ਕਈਆਂ ਨੇ ਇੱਥੇ ਆ ਕੇ ਆਪਣੇ ਪੇਟ ਦੀ ਤ੍ਰਿਪਤੀ ਕਰਕੇ ਚਲਾ ਜਾਣਾ। ਉਹਨਾਂ ਨੇ ਕੁਝ ਵੀ ਨਹੀਂ ਲੈਣਾ। ਭਾਗ ਵੱਡੇ ਤੇ ਪਾਇਓ, ਵੱਡੇ ਭਾਗਾਂ ਦੇ ਦੁਆਰਾ ਸਤ ਸੰਗਤ ਵਿੱਚ ਬੈਠ ਕੇ ਨਾਮ ਬਾਣੀ ਦਾ ਅਭਿਆਸ ਕੀਤਾ ਜਾਂਦਾ ਹੈ। ਜਿਵੇਂ ਭਗਤ ਕਬੀਰ ਜੀ ਨੇ ਕੀਤਾ ਸੀ, ਭਰ ਭਰ ਕੇ ਉਹਨਾਂ ਨੇ ਇਸ ਨਾਮ ਰੂਪੀ ਅੰਮ੍ਰਿਤ ਜਲ ਨੂੰ ਪੀਤਾ। ਬਾਕੀ ਜਿਹੜੇ ਅਗਿਆਨੀ ਮਨੁੱਖ ਸਨ, ਉਹ ਇਥੋਂ ਦਾ ਲਾਹਾ ਨਹੀਂ ਲੈ ਸਕੇਗਾ। ਸਤ ਸੰਗਤ ਦਾ ਲਾਹਾ ਉਹਨਾਂ ਨੂੰ ਮਿਲੇਗਾ ਜਿਹੜੇ ਵੱਡੇ ਭਾਗਾਂ ਵਾਲੇ ਹੋਣਗੇ ਤੇ ਇੱਥੇ ਆ ਕਰਕੇ ਨਾਮ ਦਾ ਅੰਮ੍ਰਿਤ ਰਸ ਗ੍ਰਹਿਣ ਕਰਨ। ਅੱਗੇ ਕਹਿੰਦੇ ਕਬੀਰ ਪ੍ਰਭਾਤੇ ਤਾਰੇ ਖਿਸੈ ਤਿਉ ਖਿਸੈ ਸਰੀਰ। ਸੂਰਜ ਚੜ ਗਿਆ, ਦਿਨ ਚੜ ਗਿਆ ਤੇ ਰਾਤ ਵਾਲੇ ਜਿਹੜੇ ਤਾਰੇ ਨੇ ਉਹਨਾਂ ਦੀ ਲੋ ਜਿਹੜੀ ਹੈ ਉਹ ਮੱਧਮ ਹੋ ਜਾਂਦੀ ਹੈ ਦਿਸਦੇ। ਇਹ ਤਾਰੇ ਵੀ ਜੋ ਇੱਕ ਮੰਡਲ ਹੈ ਪੂਰਾ ਸ੍ਰਿਸ਼ਟੀ ਦੇ ਵਿੱਚ ਬਣਿਆ ਹੋਇਆ, ਬ੍ਰਹਿਮੰਡ ਦੇ ਵਿੱਚ ਬਣਿਆ ਹੋਇਆ, ਸੂਰਜ ਚੜ੍ਹਨ ਦੇ ਨਾਲ ਇਹਨਾਂ ਦੀ ਰੌਸ਼ਨੀ ਮੱਧਮ ਹੋ ਜਾਂਦੀ ਹੈ। ਜਦੋਂ ਸੂਰਜ ਛਿਪ ਜਾਂਦਾ, ਹਨੇਰਾ ਹੋ ਜਾਂਦਾ ਤੇ ਇਹ ਤਾਰੇ ਚਮਕਣ ਲੱਗ ਜਾਂਦੇ। ਕਿਉਂ? ਇਹ ਖਿਸੈ ਸਰੀਰ। ਜਿੰਨੀ ਦੇਰ ਸਰੀਰ ਵਿੱਚ ਸਵਾਸ ਨੇ, ਇਹ ਸਰੀਰ ਚੱਲਦਾ। ਜਦੋਂ ਸਵਾਸਾਂ ਦੀ ਪੂੰਜੀ ਮੁੱਕ ਗਈ, ਇਹਦਾ ਲੋ, ਇਹਦਾ ਪ੍ਰਕਾਸ਼ ਆਪੇ ਘਟ ਜਾਣਾ। ਸਵਾਸ ਚੱਲਣ ਦੇ ਨਾਲ ਹੀ ਸਰੀਰ ਚੱਲਦਾ। ਹਨੇਰਾ ਹੋਣ ਦੇ ਨਾਲ ਹੀ ਤਾਰੇ ਚਮਕਦੇ ਨੇ, ਸੂਰਜ ਚੜ੍ਹਨ ਦੇ ਨਾਲ ਤਾਰੇ ਬਿਲਕੁਲ ਨਹੀਂ ਦਿਸਦੇ। ਸਰੀਰ ਵੀ ਇਸੇ ਤਰ੍ਹਾਂ ਸੰਗਤ ਜੀ ਤੇ ਖਿਸੈ ਸਰੀਰ। ਸਵਾਸਾਂ ਦੀ ਪੂੰਜੀ ਇੱਕ ਇੱਕ ਕਰਕੇ ਨਿਕਲ ਜਾਣੀ। ਇੱਕ ਦਿਨ ਜੋ ਸਾਰੇ ਸਵਾਸ ਨਿਕਲ ਗਏ, ਇਹ ਸਰੀਰ ਬਿਲਕੁਲ ਹੀ ਖਤਮ ਹੋ ਜਾਏਗਾ। ਇਹ ਅੱਖਰ ਨਾ ਖਿਸੈ ਸੋ ਗਹਿ ਰਿਓ ਕਬੀਰ। ਦੋ ਅੱਖਰ ਨਾਮ ਦੇ, ਦੋ ਅੱਖਰ ਆ ਵਾਹਿਗੁਰੂ ਜਾਂ ਸਤਨਾਮ ਵਾਹਿਗੁਰੂ ਜਾਂ ਮੂਲ ਮੰਤਰ ਜਾਂ ਗੁਰਬਾਣੀ ਦੇ ਅੱਖਰ। ਕਹਿੰਦੇ ਇਹ ਅੱਖਰ ਨਹੀਂ ਖਿਸਣੇ, ਇਹਨਾਂ ਨੇ ਕਿਤੇ ਨਹੀਂ ਜਾਣਾ। ਬਸ ਇਹਨਾਂ ਅੱਖਰਾਂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਣਾ। ਸੋ ਕਹਿ ਰਹੇ ਹੋ ਕਬੀਰ, ਉਹ ਤੇ ਕਬੀਰ ਨੇ ਸੰਭਾਲ ਕੇ ਰੱਖੇ। ਆਪਣੇ ਹਿਰਦੇ ਘਰ ਵਿੱਚ ਇਹਨਾਂ ਅੱਖਰਾਂ ਨੂੰ ਸੰਭਾਲ ਕੇ ਰੱਖੋ, ਨਹੀਂ ਤੇ ਸਰੀਰ ਦੇ ਨਾਲ ਖਿਸਣ ਦੇ ਨਾਲ, ਸਵਾਸ ਤੇ ਖਿਸਣਗੇ
ਪਰ ਜਿਨ੍ਹਾਂ ਸਵਾਸਾਂ ਦੇ ਨਾਲ ਤੂੰ ਵਾਹਿਗੁਰੂ 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 ਜਪਿਆ, ਉਹ ਤੇਰੇ ਸਵਾਸ ਕਦੇ ਵੀ ਖਤਮ ਨਹੀਂ ਹੋਣਗੇ, ਉਹ ਹਮੇਸ਼ਾ ਰਹਿਣਗੇ। ਪਰਮਾਤਮਾ ਯਾਦ ਰੱਖੇਗਾ ਉਹਨਾਂ ਸਵਾਸਾਂ ਨੂੰ ਵੀ ਇਹਨੇ ਨਾ ਇੰਨੇ ਸਮੇਂ ਵਿੱਚ ਵਾਹਿਗੁਰੂ ਕੀਤਾ ਸੀ, ਇੰਨੇ ਸਮੇਂ ਵਿੱਚ ਪ੍ਰਮਾਤਮਾ ਦਾ ਨਾਮ ਜਪਿਆ ਸੀ। ਇੱਕ ਵਾਰੀ ਕੀ ਹੋਇਆ, ਧਰਮਰਾਜ ਦੀ ਕਚਹਿਰੀ ਦੇ ਵਿੱਚ ਇੱਕ ਵਿਅਕਤੀ ਗਿਆ ਜਿਹਨੇ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਸੀ ਕੀਤਾ, ਪਰ ਉਹਨੇ ਇੱਕ ਵਾਰੀ ਵਾਹਿਗੁਰੂ ਕਿਹਾ ਸੀ ਜਾਂ ਰਾਮ ਕਿਹਾ ਸੀ। ਹੁਣ ਉਹ ਲੇਖਾ ਲਿਖਦਾ ਪਿਆ ਔਗਣ ਔਗਣ ਮਾੜੇ ਕੰਮ, ਪਰ ਇੱਕ ਵਾਰ ਰਾਮ ਕਿਹਾ ਪੂਰੀ ਜ਼ਿੰਦਗੀ ਦੇ ਵਿੱਚ, ਇਹਦਾ ਹਿਸਾਬ ਕੀ ਲਿਖੀਏ? ਕਹਿੰਦੇ ਵੀ ਇਹਦਾ ਲੇਖਾ ਕੀ ਲਿਖੀਏ, ਵੀ ਇੱਕ ਵਾਰੀ ਰਾਮ ਜਾਂ ਇੱਕ ਵਾਰੀ ਵਾਹਿਗੁਰੂ ਕਿਹਾ, ਇਹਦਾ ਕੀ ਲੇਖਾ ਲਿਖੀਏ? ਉਹ ਕਹਿੰਦੇ ਜੀ ਇਹਦਾ ਪਤਾ ਤੇ ਹੈ ਨਹੀਂ, ਚਲੋ ਬ੍ਰਹਮਾ ਜੀ ਨੂੰ ਪੁੱਛਦੇ ਆ। ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਇੰਨਾ ਪਾਪ ਕਰਮ ਕੀਤਾ ਵਾਹਿਗੁਰੂ ਜਾਂ ਰਾਮ ਸਿਰਫ ਇੱਕੋ ਵਾਰੀ ਕਿਹਾ, ਵੀ ਉਹਦਾ ਲੇਖਾ ਨਹੀਂ ਸਾਨੂੰ ਦੇਣਾ ਆ ਰਿਹਾ। ਨਾਮ ਦਾ ਲੇਖਾ ਸੰਗਤ ਜੀ ਧਰਮ ਰਾਜਾ ਵੀ ਨਹੀਂ ਦੇ ਸਕਦਾ, ਵੀ ਹਾਂ ਇਹਦਾ ਲੇਖਾ ਕੀ ਲਿਖਾ। ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਭਾਵੇਂ ਇੱਕ ਘੜੀ ਦਾ ਵੀ ਸਿਮਰਨ ਹੈ ਨਾ, ਉਹ ਵੀ ਸਾਡਾ ਸਵਾਸਾਂ ਦੇ ਵਿੱਚ ਲਿਖਿਆ ਜਾਏਗਾ। ਇਹਦੇ ਅੱਖਰ ਨਾ ਖਿਸਾ, ਸਰੀਰ ਖਿਸ ਜਾਏਗਾ, ਸਵਾਸ ਸਾਰੇ ਖਿੰਨ ਪੰਗਰ ਹੋ ਜਾਣਗੇ, ਸਾਰੇ ਪਾਪਾਂ ਦਾ ਲੇਖਾ ਹੋ ਜਾਏਗਾ, ਪਰ ਨਾਮ ਦਾ ਲੇਖਾ ਕੋਈ ਵੀ ਨਹੀਂ ਕਰ ਸਕਦਾ। ਉਹ ਕਹਿੰਦੇ ਵੀ ਇਹ ਨਾਮ ਦਾ ਲੇਖਾ ਅਸੀਂ ਵੀ ਨਹੀਂ ਕਰ ਸਕਦੇ। ਫਿਰ ਅੱਗੇ ਚਲੇ ਗਏ, ਕਹਿੰਦੇ ਤੁਸੀਂ ਕਰ ਦਿਓ, ਕਹਿੰਦੇ ਵੀ ਅਸੀਂ ਵੀ ਨਹੀਂ ਕਰ ਸਕਦੇ। ਫਿਰ ਉਹ ਕਹਿੰਦੇ ਵਿਸ਼ਨੂੰ ਕੋਲ ਚਲੇ, ਕਹਿੰਦੇ ਤੁਸੀਂ ਕਰ ਦਿਓ ਇਸ ਦਾ ਲੇਖਾ। ਕਹਿੰਦੇ ਵੀ ਇਹਦਾ ਲੇਖਾ ਤੇ ਇਹੀ ਹੈ ਵੀ ਇਹਦਾ ਪਿਛਲਾ ਹਿਸਾਬ ਕਿਤਾਬ ਖਤਮ ਕਰ ਦਿਓ ਤੇ ਇਹਨੂੰ ਸੱਚਖੰਡ ਦੇ ਵਿੱਚ ਹੀ ਰਹਿਣ ਦਿਓ। ਇੱਕ ਵਾਰੀ ਦਾ ਨਾਮ ਜਪਿਆ, ਉਹਦੇ ਸਾਰੇ ਲੇਖੇ ਖਤਮ ਕਰ ਗਏ। ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਕਹਿੰਦੇ ਇਹਨੂੰ ਇੱਥੇ ਹੀ ਰਹਿਣ ਦਿਓ। ਬਸ ਇਹਦਾ ਹੁਣ ਵਾਸਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੋ ਗਿਆ। ਸਿਰਫ ਇੱਕ ਵਾਰੀ ਕਹਿਣ ਦਾ, ਇਹਦੇ ਅੱਖਰ ਨਾ ਖਿਸੈ ਸੋ ਗਹਿ ਹੋ ਕਬੀਰ। ਇਸ ਕਰਕੇ ਵੀ ਅੱਖਰ ਖਿਸਣੇ ਨਹੀਂ, ਮੈਂ ਉਹਨਾਂ ਅੱਖਰਾਂ ਨੂੰ ਆਪਣੇ ਹਿਰਦੇ ਘਰ ਵਿੱਚ ਧਾਰਨ ਕਰ ਲਿਆ। ਕਬੀਰ ਕਹਿੰਦਾ, ਕਬੀਰ ਕਹਿੰਦਾ ਮੈਂ ਉਹ ਵਸਾ ਲਏ ਨੇ ਹਿਰਦੇ ਵਿੱਚ। ਪਤਾ ਨਹੀਂ ਕਿਹੜੇ ਭਾਗਾਂ ਰਾਹੀਂ ਮੈਂ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਲੱਗਿਆ। ਇਹ ਪਰਮਾਤਮਾ ਹੈ ਅਕਾਲ ਪੁਰਖ, ਮੇਰੇ ਤੋਂ ਇਹ ਬੰਦਗੀ ਕਦੇ ਖੋਈ ਨਾ, ਇਸ ਪਾਸੇ ਵੱਲ ਮੈਂ ਤਾਂ ਲੱਗਿਆ, ਤੇਰੇ ਨਾਮ ਨੂੰ ਮੈਂ ਹਿਰਦੇ ਘਰ ਵਿੱਚ ਸੰਭਾਲ ਕੇ ਰੱਖ ਲਿਆ। ਕਬੀਰ ਕੋਠੀ ਕਾਠ ਕੀ। ਆਓ ਅਗਲਾ ਸ਼ਲੋਕ ਹੁਣ ਸਰਵਣ ਕਰੀਏ। ਦੈਦ ਸਲਾਗੀ ਆਗ। ਕਹਿੰਦੇ ਵੀ ਇੱਕ ਲੱਕੜ ਦੀ ਕੋਠੀ ਨੂੰ 10 ਦਿਸ਼ਾਵਾਂ ਤੋਂ ਅੱਗ ਲੱਗ ਗਈ। ਪੰਡਿਤ ਪੰਡਿਤ ਜਲਮੋਏ ਮੂਰਖ ਬਰੇ ਭਾਗ। ਜਿਹੜੇ ਕਹਿੰਦੇ ਸਨ ਨਾ ਵੀ ਹਾਂ ਬਚ ਰਵਾਂਗੇ, ਜਿਹੜੇ ਕਹਿੰਦੇ ਸਨ ਗੱਲ ਹੀ ਕੋਈ ਨਹੀਂ, ਜਿਹੜੇ ਕਹਿੰਦੇ ਸਨ ਨਾ ਕੋਈ ਗੱਲ ਨਹੀਂ, ਸਾਨੂੰ ਅੱਗ ਕਿੱਥੇ ਸਾੜ ਸਕਦੀ ਹੈ। ਜਿਵੇਂ ਭਗਤ ਪ੍ਰਹਲਾਦ ਜੀ ਦੀ ਭੂਆ ਸੀ ਨਾ ਹੋਲਕਾ, ਹਰਨਾਕਸ਼ ਨੇ ਕਿਹਾ ਸੀ ਕਿ ਤੇਰੇ ਸਿਰ ਦੇ ਉੱਤੇ ਤਾਂ ਕੰਬਲੀ ਰਹਿਣੀ ਹੈ ਤੇ ਤੂੰ ਪ੍ਰਹਲਾਦ ਦੇ ਉੱਤੇ ਕੰਬਲੀ ਉਹ ਨਾ ਦੇਈ ਤੇ ਇਹਨੂੰ ਅੱਗ ਵਿੱਚ ਲੈ ਕੇ ਬੈਠ ਜਾ। ਪ੍ਰਹਲਾਦ ਸੜ ਜਾਏਗਾ ਤੇ ਤੂੰ ਬਚ ਜਾਣਾ ਉਹਦੇ ਵਿੱਚੋਂ, ਤੈਨੂੰ ਕਿਹੜਾ ਅੱਗ ਲੱਗਣੀ। ਉਹ ਜਦੋਂ ਲੈ ਕੇ ਬੈਠ ਗਈ ਕੰਬਲੀ, ਪ੍ਰਹਲਾਦ ਨੂੰ ਗੋਦੀ ਵਿੱਚ ਬਿਠਾ ਲਿਆ, ਵੱਡੀ ਚਿਖਾ ਵਾਲ ਕੇ ਉਹਨੂੰ ਅੱਗ ਲਾ ਦਿੱਤੀ। ਜਦੋਂ ਅੱਗ ਲਾਤੀ, ਪੰਡਤ ਪੰਡਤ ਜਲ ਹੋਏ ਮੂਰਖ ਬਰੇ ਭਾਗ। ਹੁਣ ਇੱਥੇ ਮੂਰਖ ਪਤਾ ਕਿਉਂ ਕਿਹਾ? ਕਿਉਂਕਿ ਉਹਨਾਂ ਦਾ ਭਰੋਸਾ ਰੱਬ ਤੇ। ਮੂਰਖ ਤਾਂ ਉਹਨਾਂ ਨੂੰ ਕਿਹਾ ਵੀ ਉਹ ਕੋਈ ਦਾਵਾ ਨਹੀਂ ਕਰਦੇ, ਨਿਰਦਾਵੇ ਨੇ। ਹੁਣ ਇੱਕ ਦਾਵਾ ਕਰ ਰਿਹਾ ਵੀ ਮੈਂ ਪੰਡਤ ਹਾਂ, ਮੈਂ ਕਿੱਥੇ ਸੜਾਂਗਾ। ਉਹ ਦਾਵੇ ਵਾਲਾ ਸੜ ਗਿਆ। ਉਹ ਕੰਬਲੀ ਜਿਹੜੀ ਸੀ ਪ੍ਰਹਲਾਦ ਤੇ ਆ ਗਈ, ਉਹ ਭੂਆ ਉਹਦੀ ਸੜ ਗਈ, ਪ੍ਰਹਲਾਦ ਉਹਦੇ ਵਿੱਚੋਂ ਬਚ ਗਿਆ। ਗੁਣਾਂ ਵਾਲੇ, ਆਪਣੇ ਆਪ ਨੂੰ ਸ੍ਰੇਸ਼ਟ ਕਹਿਣ ਵਾਲੇ, ਦਾਅਵੇ ਕਰਨ ਵਾਲੇ ਸੰਗਤ ਜੀ, ਉਹ ਸੜਨਗੇ ਇਸ ਅੱਗ ਦੇ ਵਿੱਚ। ਜਿਹੜੇ ਨਿਰਦਾਵੇ ਵਾਲੇ ਨੇ ਉਹ ਕਦੇ ਨਹੀਂ ਸੜਨਗੇ। ਮਾਇਆ ਦਾ ਮੋਹ ਕਹਿ ਲੋ, ਮੋਹ ਦੀ ਅੱਗ ਲੱਗੀ ਹੈ।
ਦਾਅਵੇ ਵਾਲੇ ਕਹਿਣਗੇ ਵੀ ਹਾਂ ਸਾਨੂੰ ਤੇ ਅੱਗ ਕੁਝ ਨਹੀਂ ਕਹਿੰਦੀ, ਅਸੀਂ ਤੇ ਨਾਮ ਜਪਦੇ ਆ, ਅਸੀਂ ਤੇ ਗੁਰੂ ਦੇ ਦਰ ਤੇ ਰਹਿੰਦੇ ਆ, ਪਰ ਅੰਦਰੋਂ ਜਪਾਂਗੇ ਤਾਂ ਹੀ ਬਚਾ ਹੋਏਗਾ। ਇੱਕ ਕਹਿੰਦੇ ਪ੍ਰਮਾਤਮਾ ਸਾਨੂੰ ਕੁਝ ਨਹੀਂ ਪਤਾ, ਤੇਰਾ ਹੀ ਆਸਰਾ ਹੈ, ਤੂੰ ਹੀ ਕਿਰਪਾ ਕਰ। ਕਹਿੰਦੇ ਉਹ ਬਚਣਗੇ ਕਿਉਂਕਿ ਉਹ ਪ੍ਰਮਾਤਮਾ ਦੇ ਆਸਰੇ ਦੂਰ ਹੀ ਰਹਿਣ। ਅਗਲਾ ਸ਼ਲੋਕ, ਕਬੀਰ ਸੰਸਾ ਦੂਰ ਕਰ ਕਾਗਦ ਦੇ ਵਿਹਾਏ। ਕਬੀਰ ਬੜੇ ਸੰਸ਼ੇ ਨੇ ਤੇਰੇ ਮਨ ਦੇ ਵਿੱਚ, ਬਹੁਤ ਕੁਝ ਚੱਲਦਾ ਪਿਆ। ਕਹਿੰਦੇ ਸੰਸਾ ਕਿਉਂ ਕਰਦਾ ਹੈ? ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ। ਚਿੰਤਾ ਕਾਹਦੇ ਤੂੰ ਕਰਦਾ ਹੈ? ਭਾਵੇਂ ਤੇਰੀ ਕੋਠੀ ਨੂੰ ਵੀ ਅੱਗ ਲੱਗ ਜਾਏ, ਤੂੰ ਚਿੰਤਾ ਕਿਉਂ ਕਰਦਾ? ਪ੍ਰਮਾਤਮਾ ਬੈਠਾ ਨਾ ਬਚਾਉਣ ਵਾਲਾ, ਆਪੇ ਬਚਾਏ। ਕਹਿੰਦੇ ਕਾਗਜ਼ ਦੇ ਵਹਾਏ, ਜਿਵੇਂ ਕਾਗਜ਼ ਵਹਿ ਜਾਂਦਾ ਨਾ, ਉਵੇਂ ਆਪਣੇ ਸੰਸਿਆ ਨੂੰ ਵਹਾ ਦੇ। ਪਰਮਾਤਮਾ ਤੇ ਡੋਰੀ ਸੱਟ ਦੇ। ਪ੍ਰਭ ਡੋਰੀ ਹੱਥ ਤੁਮਾਰੇ, ਬੁਰੇ ਭਲੇ ਹਮ ਥਾਰੇ। ਅਸੀਂ ਤੇ ਬੁਰੇ ਆ, ਭਾਵੇਂ ਭਲੇ ਆ ਤੇਰੇ। ਪਰਮਾਤਮਾ ਤੇ ਭਰੋਸਾ ਰੱਖ, ਪਰਮਾਤਮਾ ਤੇ ਵਿਸ਼ਵਾਸ ਰੱਖ, ਆਪੇ ਹੀ ਤੇਰਾ ਉਪਾਰ ਉਤਾਰਾ ਕਰੇਗਾ। ਕਬੀਰ ਸੰਸਾ ਦੂਰ ਕਰ, ਸੰਸੇ ਵਿੱਚ ਨਾ ਰਹਿ, ਉਹ ਸੰਸੇ ਨੂੰ ਪਰਾਂ ਕਰ ਦੇ। ਜਿਸ ਪਰਮਾਤਮਾ ਤੇ ਤੂੰ ਭਰੋਸਾ ਰੱਖਦਾ ਉਹਦੇ ਤੇ ਵਿਸ਼ਵਾਸ ਰੱਖ, ਸੰਸਿਆ ਨੂੰ ਕਾਗਜ਼ ਤਰ੍ਹਾਂ ਵਹਾ ਦੇ, ਇਹਨਾਂ ਨੂੰ ਦੂਰ ਕਰ। 52 ਅੱਖਰ ਸੋਧ ਕੈ ਹਰ ਚਰਨੀ ਜਿਤ ਲਾਏ। 52 ਅੱਖਰ ਜੋ ਗੁਰਮੁਖੀ ਲਿਪੀ ਦੇ 52 ਅੱਖਰ ਨੇ, ਹਿੰਦੀ ਭਾਸ਼ਾ ਦੇ 52 ਅੱਖਰ ਨੇ। ਕਹਿੰਦੇ ਉਹਨਾਂ ਅੱਖਰਾਂ ਨੂੰ ਸੋਧ ਕੇ, ਭਾਵ ਕੇ ਅੱਖਰਾਂ ਨੂੰ ਸੋਧ ਕਰਕੇ ਗਿਆਨਵਾਨ ਬਣਦਾ ਹੈ, ਵਿਦਿਆਵਾਨ ਬਣਦਾ ਹੈ। ਕਹਿੰਦੇ ਇਹਨਾਂ ਦੀ ਵਿਚਾਰ ਵੀ ਕਰ, ਪਰ ਚਰਨਾਂ ਦੇ ਵਿੱਚ ਚਿੱਤ ਜੋੜੀ ਰੱਖ। ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਵੀ ਤੇਰਾ ਪਾਰ ਉਤਾਰਾ ਹੋ ਜਾਣਾ, ਪਰਮਾਤਮਾ ਦੇ ਨਾਮ ਨੂੰ ਕਹਿਣ ਨਾਲ ਹੀ ਤੇਰਾ ਪਾਰ ਉਤਾਰਾ ਹੋ ਜਾਣਾ। ਇਸ ਕਰਕੇ ਕਹਿੰਦੇ ਉਹਨਾਂ ਅੱਖਰਾਂ ਦੀ ਵੀ ਚਲੋ ਸੋਧ ਵਿਚਾਰ ਕਰ, ਕਦੀ ਲੋੜ ਪੈਣ ਤੇ ਜ਼ਰੂਰਤ ਪੈਂਦੀ ਹੈ, ਉਹ ਵੀ ਗਿਆਨ ਲੈ, ਪਰ ਪਾਰ ਉਤਾਰਾ ਤੇ ਕੇਵਲ ਨਾਮ ਨਹੀਂ ਕਰ ਦੇਣਾ। ਹਰੀ ਦੇ ਚਰਨਾਂ ਵਿੱਚ ਚਿੱਤ ਲਾ, ਪਰਮਾਤਮਾ ਦੇ ਨਾਮ ਦੀ ਬੰਦਗੀ ਕਰ, ਤੇਰਾ ਪਾਰ ਉਤਾਰਾ ਉਹ ਨਹੀਂ ਕਰਦਾ। ਇਸ ਕਰਕੇ ਸੰਸਾ ਨਾ ਕਰ। ਸੰਸੇ ਨੂੰ ਤੇ ਜਿਵੇਂ ਕਾਗਜ਼ ਵਹਿ ਗਿਆ ਉਵੇਂ ਵਹਾ ਦੇ, ਬਿਲਕੁਲ ਲੋੜ ਨਹੀਂ ਕੋਈ ਵੀ ਸੰਸਾ ਕਰ। ਹੁਣ ਅਗਲੇ ਸ਼ਲੋਕ ਰਾਹੀਂ ਸਰਵਣ ਕਰੀਏ। ਚਰਨੀ ਚਿੱਤ ਲਾ ਕੇ ਸੰਸਾ ਦੂਰ ਕਰ ਦਿੱਤਾ ਤੇ ਕਿਸੇ ਤਰ੍ਹਾਂ ਦੀ ਕੋਈ ਫਿਕਰ ਨਹੀਂ ਰਹੀ, ਪਰਮਾਤਮਾ ਦੇ ਉੱਤੇ ਪੂਰਨ ਭਰੋਸਾ। ਅਗਲੇ ਸ਼ਲੋਕ ਰਾਹੀਂ ਕਹਿੰਦੇ ਕਬੀਰ ਸੰਤ ਨਾ ਛੱਡ, ਸੰਤੇ ਜੋ ਕੋਟਿਕ ਮਿਲਿਆ ਸੰਤ। ਇੱਕ ਪੂਰਨ ਸੰਤ ਹੈ, ਉਹਦੇ ਕੋਲ ਹਜ਼ਾਰਾਂ ਹੀ ਕਰੋੜਾਂ ਹੀ ਅਸੰਤ ਬੈਠੇ ਰਹਿਣ, ਮਾੜੀ ਸੰਗਤ ਵਾਲੇ, ਪਰ ਉਹ ਆਪਣੀ ਸੰਤ ਹੀ ਕਦੇ ਨਹੀਂ ਛੱਡੇਗਾ, ਆਪਣਾ ਚੰਗਾ ਕੰਮ ਕਰਨਾ ਕਦੇ ਨਹੀਂ ਛੱਡੇਗਾ। ਉਹ ਜਿੰਨੇ ਮਰਜ਼ੀ ਉਹਨੂੰ ਗਲਤ ਪਾਸੇ ਵੱਲ ਲੈ ਕੇ ਜਾਣ, ਉਹ ਉਧਰ ਜਾਏਗਾ ਹੀ ਨਹੀਂ। ਆਪਣਾ ਕਰਮ ਉਹ ਕਦੇ ਨਹੀਂ ਤਿਆਗੇਗਾ। ਮਲਿਆਗਰ ਭਿਅੰਗ ਵੇੜਿਓ ਤਾਂ ਸੀਤਲਤਾ ਨਾ ਤਜੰਤ। ਮਲਿਆਗਰ ਦਾ ਮਤਲਬ ਹੈ ਮੱਲੇ ਪਰਬਤ। ਮੱਲੇ ਪਰਬਤ ਕਹਿ ਲਓ ਜਾਂ ਹਿਮਾਲਿਆ ਪਰਬਤ ਕਹਿ ਲਓ। ਹਿਮਾਲਿਆ ਪਰਬਤ ਤੇ ਕੋਈ ਚੰਦਨ ਦਾ ਰੁੱਖ ਉੱਗਿਆ, ਭਿਅੰਗਮ ਵੇੜਿਓ। ਭਿਅੰਗਮ ਕਹਿੰਦੇ ਸੱਪ ਨੂੰ, ਵੇੜਿਓ ਕਹਿੰਦੇ ਲਿਪਟੇ ਹੋਏ ਨੇ। ਹਿਮਾਲਿਆ ਪਰਬਤ ਤੇ ਕੋਈ ਚੰਦਨ ਦਾ ਰੁੱਖ ਉੱਗਿਆ ਹੋਇਆ, ਉਹਦੀ ਸੁਗੰਧੀ ਨੂੰ ਵੇਖ ਕੇ, ਉਹਦੀ ਠੰਡਕ ਨੂੰ ਵੇਖ ਕੇ ਸੱਪ ਉਹਦੇ ਆਲੇ ਦੁਆਲੇ ਲਿਪਟੇ ਹੋਏ ਨੇ। ਪਰ ਕਹਿੰਦੇ ਤਾਂ ਸੀਤਲਤਾ ਨਾ ਤਜੰਤ, ਪਰ ਉਹ ਜਿਹੜੀ ਆਪਣੀ ਸੀਤਲਤਾ ਅੰਦਰ ਵਾਲੀ ਠੰਡਕ ਹੈ, ਚੰਦਨ, ਉਹ ਕਦੇ ਨਹੀਂ ਛੱਡ ਰਿਹਾ, ਭਾਵੇਂ ਉਹਦੇ ਆਲੇ ਦੁਆਲੇ ਜਿੰਨਾ ਕੁਝ ਮਰਜ਼ੀ ਲੁੱਟਿਆ। ਕੋਟਕ ਅਸੰਤ ਮਿਲੇ, ਸੰਤ ਨੇ ਆਪਣੀ ਸੰਤਗੀ ਕਦੇ ਨਹੀਂ ਛੱਡੀ। ਅੱਗੇ ਕੀ ਕਹਿੰਦੇ ਅਗਲੇ ਸ਼ਲੋਕ ਰਾਹੀਂ, ਕਬੀਰ ਮਨ ਸੀਤਲ ਪਿਆ, ਪਾਇਆ ਬ੍ਰਹਮ ਗਿਆਨ। ਬ੍ਰਹਮ ਗਿਆਨ ਪ੍ਰਾਪਤ ਕੀਤਾ, ਮਨ ਸੀਤਲ ਹੋ ਗਿਆ, ਮਨ ਬੜਾ ਠੰਡਾ ਹੋ ਗਿਆ। ਜਾਂ ਇਹ ਕਹਿ ਲੋ ਮਨ ਠੰਡਾ ਹੋਇਆ ਤੇ ਫਿਰ ਗੁਰੂ ਦੇ ਗਿਆਨ ਨੂੰ ਹਾਸਲ ਕੀਤਾ।
परमात्मा के ज्ञान ਨੂੰ ਅੰਦਰ ਹਾਸਲ ਕੀਤਾ, ਉਹਦੇ ਨਾਲ ਮਨ ਜਿਹੜਾ ਨਾ ਠੰਡਾ ਹੋ ਗਿਆ। ਕਈ ਵਾਰੀ ਆਪਾਂ ਇਹ ਕਹਿਣਾ ਵੀ ਗਿਆਨ ਹਾਸਲ ਕਰ ਲਈਏ, ਬੰਦਗੀ ਕਰ ਲਈਏ, ਮਨ ਠੰਡਾ ਹੋ ਜਾਏ। ਸੰਗਤ ਜੀ, ਪਹਿਲਾਂ ਮਨ ਠੰਡਾ ਕਰਕੇ ਬੰਦਗੀ ਕਰੋ, ਫਿਰ ਹੋਰ ਜ਼ਿਆਦਾ ਕਿਰਪਾ ਹੋਏਗੀ। ਜਿਨ ਜਵਾਲਾ ਜਗ ਜਾਰਿਆ ਸੋ ਜਨ ਕੈ ਉਦਕ ਸਮਾਨ। ਜਿਸ ਮਾਇਆ ਰੂਪੀ ਅਗਨ ਨੇ ਸਾਰੇ ਸੰਸਾਰ ਨੂੰ ਸਾੜਿਆ, ਉਹ ਜਨ ਵਾਸਤੇ ਜਲ ਦੇ ਸਮਾਨ ਹੈ, ਬਿਲਕੁਲ ਠੰਡੀ ਹੈ, ਬਿਲਕੁਲ ਸੁਖ ਦੇਣ ਵਾਲੀ ਹੈ। ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਹੀਂ ਕੋਈ। ਸਿਰਜਣਹਾਰ ਨੇ ਇਹ ਸਾਰਾ ਕੁਝ ਸਾਜਿਆ, ਚਾਹੇ ਅਗਨ ਹੈ, ਚਾਹੇ ਸੀਤਲਤਾ, ਸਭ ਕੁਝ ਪਰਮਾਤਮਾ ਹੀ ਸਾਜਣ ਵਾਲਾ ਹੈ। ਕੋਈ ਇਸ ਗੱਲ ਨੂੰ, ਇਸ ਭੇਦ ਨੂੰ ਸਮਝੇ ਕਿ ਸਾਜਣ ਵਾਲਾ ਪਰਮਾਤਮਾ। ਕਹਿ ਜਾਣੇ ਆਪਨ ਧਨੀ ਕਹਿ ਦਾਸ, ਦੀਵਾਨੀ ਹੋਏ ਉਹ ਲੋਕ ਨਹੀਂ ਜਾਣਦੇ, ਇਹ ਪਰਮਾਤਮਾ ਨੇ ਆਪ ਹੀ ਸਾਰਾ ਕੁਝ ਸਾਜਿਆ। ਔਰ ਦਾਸ ਇਸ ਗੱਲ ਨੂੰ ਸਮਝਦੇ ਹਨ, ਇਸ ਗੱਲ ਦੀ ਹੋਸ਼ ਕਰਦੇ ਨੇ, ਪਤਾ ਹੈ ਕਿ ਜੋ ਕੁਝ ਕਰਨ ਵਾਲਾ ਪਰਮਾਤਮਾ ਹੈ। ਸੋ ਸਮੁੱਚੀ ਵਿਚਾਰ ਰਾਹੀਂ ਇਹੀ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਕਦੇ ਵੀ ਕਿਸੇ ਚੀਜ਼ ਤੇ ਦਾਅਵਾ ਨਹੀਂ ਕਰਨਾ, ਉਹ ਸਭ ਕੁਝ ਪਰਮਾਤਮਾ ਦਾ ਹੀ ਸਿਰਜਿਆ ਹੋਇਆ ਤੇ ਉਹਨੂੰ ਆਪਣੇ ਆਪ ਹੀ ਸਭਨਾਂ ਦਾ ਫਿਕਰ ਹੈ। ਸੋ ਇਹ ਵਿਚਾਰਾਂ ਸੰਗਤ ਜੀ ਆਪ ਨੇ ਸਰਵਣ ਕੀਤੀਆਂ ਹਨ, ਇਹਨੀ ਕੁ ਬੇਨਤੀ ਪ੍ਰਵਾਨ ਕਰੋ। ਸਰਬੱਤ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਹਨ, ਇਹਨੀ ਕੁ ਬੇਨਤੀ ਪ੍ਰਵਾਨ ਕਰੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जगदीश